ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਸਵਾਗਤ ਹੈ ਤੁਹਾਡਾ NRI ਵਰਡ ਦੇ ਵਿੱਚ। ਸੋ ਅਸੀਂ ਇਹਦੇ ਵਿੱਚ ਉਹ ਮਸਲੇ ਡਿਸਕਸ ਕਰਦੇ ਹਾਂ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਮੇਸ਼ਾ ਡਿਸਕਸ ਕੀਤੇ ਜਾਂਦੇ ਨੇ। ਚੀਨ ਦੀ ਇੰਡੀਆ ਦੇ ਨਾਲ ਜੋ ਸਰਹੱਦੀ ਝੜਪ ਹੁੰਦੀ ਰਹਿੰਦੀ ਹੈ, ਪਹਿਲਾਂ ਵੀ ਹੋ ਚੁੱਕੀ ਹੈ, ਹੁਣ ਤਵਾਂਗ ਘਾਟੀ ਦੇ ਵਿੱਚ ਵੀ ਹੋਈ ਹੈ। ਫੌਜੀਆਂ ਨੇ ਸਾਡੇ ਭਾਰਤ ਦੇ ਨੇ ਕਾਫੀ ਸਖਤੀ ਨਾਲ ਉਹਨਾਂ ਦੇ ਨਾਲ ਨਜਿੱਠਿਆ ਅਤੇ ਉਹਨਾਂ ਨੂੰ ਸਰਹੱਦ ਤੋਂ ਬਾਹਰ ਕੀਤਾ। ਕੰਡਿਆਲੀ ਤਾਰ ਜਿਸ ਨੂੰ ਪਾਰ ਕਰਕੇ ਉਹ ਆਉਣਾ ਚਾਹੁੰਦੇ ਸੀ, ਕਿਉਂਕਿ ਇਹ ਹਮੇਸ਼ਾ ਚੱਲਦਾ ਰਹਿੰਦਾ ਕਿ ਬਾਰਡਰ ਹੈ ਔਰ ਸਾਰੀ ਜ਼ਮੀਨ ਤਾਂ ਇੱਕੋ ਜਿੱਕੀ, ਕਿਉਂਕਿ ਕੁਦਰਤ ਨੇ ਤਾਂ ਸਾਰੀ ਜ਼ਮੀਨ ਇੱਕੋ ਜਿੱਕੀ ਬਣਾਈ ਹੈ, ਉਹਨੇ ਤਾਂ ਕੋਈ ਫਰਕ ਰੱਖਿਆ ਨਹੀਂ। ਅਸੀਂ ਉਹ ਫਰਕ ਬਣਾਏ ਗਏ ਕਿ ਜ਼ਮੀਨ ਦੇ ਉੱਤੇ ਲਾਈਨਾਂ ਖਿੱਚ ਕੇ ਅਸੀਂ ਚੀਨ ਬਣਾ ਦਿੱਤਾ ਅਤੇ ਇੱਧਰ ਭਾਰਤ ਬਣਾ ਦਿੱਤਾ। ਕੁਦਰਤ ਨੇ ਤਾਂ ਇੱਦਾਂ ਦਾ ਕੋਈ ਨਿਯਮ ਨਹੀਂ ਬਣਾਇਆ, ਇਹ ਅਸੀਂ ਨਿਯਮ ਬਣਾਏ ਨੇ। ਤਾਂ ਕਈ ਵਾਰ ਭੁਲੇਖੇ ਲੱਗਦੇ ਨੇ ਕਿ ਕਿਹੜੀ ਕੰਡਿਆਲੀ ਤਾਰ ਦੂਸਰੇ ਦੇਸ਼ ਦੀ ਹੈ, ਕਿਹੜੀ ਕੰਡਿਆਲੀ ਤਾਰ ਸਾਡੇ ਦੇਸ਼ ਦੀ ਹੈ, ਕਿਹੜੀ ਨੋ ਮੈਨ ਜ਼ੋਨ ਹੈ, ਨੋ ਮੈਨ ਲੈਂਡ ਕਿੱਥੇ ਆਉਂਦੀ ਹੈ। ਸੋ ਇਹ ਸਾਰੇ ਭੁਲੇਖੇ ਪੈਂਦੇ ਰਹਿੰਦੇ ਨੇ। ਸੋ ਇਹਦੇ ਵਿੱਚ ਨਾ ਇੱਕ ਫਿਲਮ ਬਣੀ ਸੀ, ਉਹ ਫਿਲਮ ਦਾ ਇੱਕ ਘਟਨਾ ਚੱਕਰ ਮੈਨੂੰ ਬੜਾ ਇੰਟਰਸਟਿੰਗ ਲੱਗਦਾ ਹੈ ਕਿ ਇੱਕ ਸਿਟੀਜ਼ਨ ਹੈ, ਇੱਕ ਨਾਗਰਿਕ ਹੈ, ਉਹ ਨੋ ਮੈਨ ਲੈਂਡ ਦੀ ਇੱਕ ਮਾਈਨ ਵਿਛੀ ਹੋਈ ਹੈ, ਉੱਥੇ ਇੱਕ ਸੁਰੰਗ ਵਿਛੀ ਹੋਈ ਹੈ, ਬਾਰੂਦ ਵਿਛਿਆ ਹੋਇਆ ਅਤੇ ਉਹ ਬਾਰੂਦ ਇੱਦਾਂ ਦਾ ਜਿਹੜੀ ਮਾਡਰਨ ਟੈਕਨੀਕਸ ਹੁੰਦੀਆਂ ਨੇ, ਜੇ ਉਹਦੇ ਉੱਤੇ ਕਿਸੇ ਦਾ ਵੇਟ ਆ ਜਾਏ ਤਾਂ ਉਹ ਐਕਟੀਵੇਟ ਹੋ ਜਾਂਦਾ, ਚੱਲ ਪੈਂਦਾ, ਅਤੇ ਜੇ ਉਹ ਵੇਟ ਉਹਦੇ ਉੱਤੋਂ ਚੁੱਕ ਲਵੋ ਤਾਂ ਉਹ ਬਲਾਸਟ ਹੋ ਜਾਏਗਾ, ਫਟ ਜਾਏਗਾ। ਗਲਤੀ ਨਾਲ ਇੱਕ ਬੰਦਾ ਉਹਦੇ ਉੱਤੇ ਡਿੱਗ ਪੈਂਦਾ, ਉਹ ਮਾਈਨ ਐਕਟੀਵੇਟ ਹੋ ਗਈ, ਬਾਰੂਦ ਐਕਟੀਵੇਟ ਹੋ ਗਿਆ। ਹੁਣ ਜੇ ਉਹ ਉੱਥੋਂ ਉੱਠ ਜਾਂਦਾ ਤਾਂ ਬਲਾਸਟ ਹੋਏਗਾ, ਉਸ ਦੀ ਬਾਡੀ ਦੇ ਚਿਥੜੇ ਉੱਡ ਜਾਣਗੇ, ਅਤੇ ਜੇ ਨਹੀਂ ਉੱਠਦਾ ਜਦੋਂ ਤੱਕ ਲੇਟਿਆ ਹੋਇਆ। ਹੁਣ ਉਹ ਦੋ ਮੁਲਕਾਂ ਦੇ ਵਿੱਚ ਦੀ ਨੋ ਮੈਨ ਲੈਂਡ ਹੈ ਔਰ ਕੋਈ ਵੀ ਮੁਲਕ ਕਲੇਮ ਨਹੀਂ ਕਰਦਾ ਕਿ ਇਹ ਮੇਰਾ ਨਾਗਰਿਕ ਹੈ। ਹੁਣ ਉਹ ਦੋਵਾਂ ਮੁਲਕਾਂ 'ਚੋਂ ਕਿਸੇ ਇੱਕ ਮੁਲਕ ਦਾ ਤਾਂ ਨਾਗਰਿਕ ਹੈ, ਪਰ ਦੋਵੇਂ ਮੁਲਕ ਕਲੇਮ ਨਹੀਂ ਕਰਦੇ ਕਿ ਇਹ ਸਾਡਾ ਨਾਗਰਿਕ ਹੈ। ਹੁਣ ਉਹ ਉਸ ਮਾਈਨ ਦੇ ਉੱਤੇ ਪਿਆ ਹੋਇਆ, ਜਦੋਂ ਤੱਕ ਪਿਆ ਰਹੇਗਾ ਉਦੋਂ ਤੱਕ ਉਹ ਜਿਉਂਦਾ ਹੈ, ਉੱਠੇਗਾ ਨਾਲ ਦੀ ਨਾਲ ਬਲਾਸਟ ਹੋ ਜਾਏਗਾ, ਉਹ ਉਦੋਂ ਹੀ ਉਹਦੀ ਬਾਡੀ ਫਟ ਜਾਏਗੀ ਬਾਰੂਦ ਦੇ ਨਾਲ। ਸੋ ਫਿਲਮ ਉੱਥੇ ਐਂਡ ਹੁੰਦੀ ਆ ਕਿ ਉਹ ਬੰਦਾ ਕਰੇ ਤੇ ਕੀ ਕਰੇ, ਕਿਉਂਕਿ ਦੋਵੇਂ ਮੁਲਕਾਂ ਨੇ ਉਹਨੂੰ ਆਪਣਾ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਉਹ ਉੱਥੇ ਲੰਮਾ ਪਿਆ ਹੋਇਆ, ਜੇ ਇੱਦਾਂ ਹੀ ਲੰਮਾ ਪਿਆ ਰਹੇਗਾ ਤਾਂ ਹੋ ਸਕਦਾ ਭੁੱਖ ਨਾਲ ਪਿਆਸ ਨਾਲ ਮਰ ਜਾਏ, ਮਤਲਬ ਉਹਦੇ ਕੋਲ ਕੋਈ ਹੋਰ ਚੁਆਇਸ ਨਹੀਂ ਹੈ, ਕੀ ਕਰੇ ਤੇ ਕੀ ਨਾ ਕਰੇ। ਸੋ ਇੱਦਾਂ ਦੇ ਜਿਹੜੇ ਮਸਲੇ ਨੇ ਲੈਂਡ ਦੇ, ਬਾਰਡਰਸ ਦੇ, ਇਹ ਚੱਲਦੇ ਰਹਿੰਦੇ ਨੇ ਔਰ ਇਹਦੇ ਉੱਤੇ ਸਭ ਦੇਸ਼ ਆਪਣੇ ਆਪਣੇ ਕਮੈਂਟਸ ਵੀ ਕਰਦੇ ਨੇ। ਕਿਤੇ ਯੁੱਧ ਹੋ ਰਹੇ ਨੇ, ਯੁੱਧ ਦੀ ਨਿੰਦਿਆ ਜ਼ਰੂਰ ਕਰਨਗੇ ਪਰ ਯੁੱਧ ਫਿਰ ਵੀ ਹੁੰਦੇ ਨੇ। ਬਾਰਡਰਸ ਦੀ ਨਿੰਦਿਆ ਜ਼ਰੂਰ ਕਰਨਗੇ ਪਰ ਬਾਰਡਰਸ ਫਿਰ ਵੀ ਬਣਦੇ ਨੇ, ਬਾਰਡਰਸ ਦੇ ਵਾਸਤੇ ਝਗੜੇ ਫਿਰ ਵੀ ਹੁੰਦੇ ਨੇ, ਇਹ ਇਲਾਕਾ ਸਾਡਾ ਹੈ, ਇਹ ਇਲਾਕਾ ਸਾਡਾ ਹੈ। ਔਰ ਚੀਨ ਇੱਕ ਐਸਾ ਮੁਲਕ ਹੈ ਕਿ ਉਹਦਾ ਆਪਣੇ ਜਿਹੜੇ ਸਾਰੇ ਗੁਆਂਢੀ ਮੁਲਕ ਨੇ ਉਹਨਾਂ ਨਾਲ ਝਗੜਾ ਚੱਲਦਾ ਹੀ ਚੱਲਦਾ ਪਿਆ ਲੈਂਡ ਨੂੰ ਲੈ ਕੇ, ਚਾਹੇ ਉਹ ਕਿਸੇ ਵੀ ਪਾਸਿਓਂ ਉਹਦੇ ਨਾਲ ਗੁਆਂਢੀ ਮੁਲਕ ਜਿਹੜਾ ਵੀ ਲੱਗਦਾ ਉਸ ਮੁਲਕ ਨਾਲ ਉਹਦਾ ਝਗੜਾ ਚੱਲਦਾ, ਚਾਹੇ ਉਹ ਸਮੁੰਦਰੀ ਤੱਟ ਹੈਗੇ ਨੇ, ਚਾਹੇ ਉਹ ਸਮੁੰਦਰੀ ਸੀਮਾ ਹੈ, ਚਾਹੇ ਉਹ ਧਰਤੀ ਦੀ ਸੀਮਾ ਹੈ, ਚਾਹੇ ਉਹ ਅਸਮਾਨ ਦੀ ਸੀਮਾ ਹੈ, ਉਹਦਾ ਹਰ ਪਾਸੇ ਹਰ ਗੁਆਂਢੀ ਨਾਲ ਝਗੜਾ ਚੱਲਦਾ ਪਿਆ। ਇਹ ਚੀਨ ਦਾ ਜੋ ਸਟਰਕਚਰ ਹੈ ਜੀਓਪੋਲੀਟੀਕਲ, ਉਹ ਅਸੀਂ ਸਾਰੇ ਜਾਣਦੇ ਹਾਂ। ਸੋ ਇਸੇ ਤਰ੍ਹਾਂ ਫਿਰ ਵੱਖ-ਵੱਖ ਮੁਲਕ ਇਹਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ। ਸੋ ਇਹ ਪ੍ਰਤੀਕਿਰਿਆਵਾਂ ਦਾ ਦੌਰ ਹੈ ਅਤੇ ਅੱਗੇ ਹੋਰ ਵੀ ਦੌਰ ਚੱਲਣਗੇ। ਜੋ G20 ਇੰਡੀਆ ਉਸ ਨੂੰ ਹੋਸਟ ਕਰਨ ਜਾ ਰਿਹਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਿਸਿਸ ਆਸ਼ੀਮਾ ਸਾਹਨੀ, ਜੋ ਹੈਡ ਆਫ ਦ ਡਿਪਾਰਟਮੈਂਟ ਨੇ ਪੋਲੀਟੀਕਲ ਸਾਇੰਸ, ਕੰਨਿਆ ਮਹਾਵਿਦਿਆਲਿਆ ਜਲੰਧਰ ਤੋਂ। ਵੈਲਕਮ ਟੂ ਦ ਸ਼ੋ ਮੈਡਮ ਸਾਹਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਠੀਕ ਠਾਕ? ਸਭ ਠੀਕ ਠਾਕ ਜੀ। ਜੀ ਮੈਮ। ਸੋ ਇੱਕ ਤਾਂ ਆਪਾਂ ਸਟਾਰਟਅਪ ਇੱਥੋਂ ਲੈਂਦੇ ਹਾਂ ਕਿ ਜਦੋਂ ਇੰਡੀਆ ਦਾ ਔਰ ਚਾਈਨਾ ਦਾ ਇਹ ਆਪਸ ਦੇ ਵਿੱਚ ਖੜਕਾ ਦੜਕਾ ਹੋ ਗਿਆ ਨਾ, ਇਹ ਦੋਵਾਂ ਸੈਨਾਵਾਂ ਦਾ, ਉਹ ਲੈ ਕੇ ਤਵਾਂਗ ਘਾਟੀ ਦੇ ਵਿੱਚ, ਇਹਦੇ ਉੱਤੇ ਅਮਰੀਕਾ ਨੇ ਕੀ ਪ੍ਰਤੀਕਿਰਿਆ ਦਿੱਤੀ ਹੈ? ਬੀਇੰਗ ਦ ਵਰਲਡ ਲੀਡਰ ਔਰ ਪੂਰੀ ਦੁਨੀਆ ਦਾ ਇੱਕ ਨੰਬਰ 1 ਮੁਲਕ ਹੋਣ ਦੇ ਨਾਤੇ ਇੱਕ ਛੋਟਾ ਜਿਹਾ ਇਹਦੇ ਉੱਤੇ ਮੈਂ ਤੁਹਾਡੇ ਕੋਲੋਂ ਬਰੀਫਿੰਗ ਲਵਾਂਗਾ, ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਆਪਣੇ ਮੇਨ ਸਬਜੈਕਟ ਦੇ ਉੱਤੇ। ਅਮਰੀਕਾ ਬੀਇੰਗ ਦੀ ਵਰਲਡ ਲੀਡਰ, ਅਮਰੀਕਾ ਨੇ ਆਬਵੀਅਸਲੀ ਜਿਹੜਾ ਆਪਣਾ ਟਿਲਟ ਦਿਖਾਇਆ ਟੂਵਰਡਸ ਇੰਡੀਆ ਦਿਖਾਇਆ, ਐਂਡ ਮਤਲਬ ਅਮਰੀਕਾ ਜਿਹੜਾ ਹੈ ਇੰਡੀਆ ਦੇ ਫੇਵਰ 'ਚ ਖੜਾ ਹੋਇਆ ਹੈ ਜੀ। ਹੁਣ ਐਨਾਲਿਸਟ ਇਹ ਵੀ ਕਹਿੰਦੇ ਨੇ, ਜਾਂ ਜਿੰਨਾ ਵੀ ਪ੍ਰਿੰਟ ਮੀਡੀਆ 'ਚ ਅਸੀਂ ਦੇਖ ਲਈਏ ਜਾਂ ਇਲੈਕਟ੍ਰੋਨਿਕ ਮੀਡੀਆ 'ਚ ਦੇਖ ਲਈਏ, ਕਿ ਇਸ ਝੜਪ ਤੋਂ ਪਹਿਲੇ ਅਮਰੀਕਾ ਨੇ ਔਰ ਇੰਡੀਆ ਨੇ ਮਿਲ ਕੇ ਕੁਝ ਫੌਜੀ ਐਕਸਰਸਾਈਜ਼ਸ ਕੀਤੀਆਂ ਸੀ ਉਸ ਪਾਰਟਿਕੂਲਰ ਏਰੀਆ 'ਚ, ਜੋ ਕਿ ਚਾਈਨਾ ਨੂੰ ਪਸੰਦ ਨਹੀਂ ਸੀ ਆਈਆਂ। ਔਰ ਵੈਸੇ ਵੀ ਕੋਵਿਡ ਤੋਂ ਬਾਅਦ ਅਮਰੀਕਾ ਔਰ ਇੰਡੀਆ ਦੇ ਜਿਹੜੇ ਇੰਟਰਸਟ, ਚਾਹੇ ਉਹ ਸਟ੍ਰੈਟੇਜਿਕ ਹੋਣ ਚਾਹੇ ਉਹ ਇਕਨੋਮਿਕ ਹੋਣ, ਉਹ ਕਾਫੀ ਜ਼ਿਆਦਾ ਅੱਗੇ ਉੱਭਰ ਕੇ ਆਏ। ਔਰ ਚਾਈਨਾ ਨੂੰ ਬੈਲੈਂਸ ਆਊਟ ਕਰਨ ਲਈ
ਅਮਰੀਕਾ ਔਰ ਇੰਡੀਆ ਇਹਨਾਂ ਦਾ ਇਹਨਾਂ ਦੀ ਪਾਰਟਨਰਸ਼ਿਪ ਹੈ ਜਿਹੜੀ ਉਹਦੀ ਜ਼ਰੂਰਤ ਹੈ ਔਰ ਇਸ ਪਾਰਟਨਰਸ਼ਿਪ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਅਮਰੀਕਾ ਆਪਣੀ ਜੋ ਵੀ ਪ੍ਰੋਗਰਾਮਸ ਬਣਾ ਰਿਹਾ ਹੈ ਪਾਲਿਸੀਜ਼ ਬਣਾ ਰਿਹਾ ਉਹ ਇੱਕ ਬੈਲੈਂਸਿੰਗ ਰੋਲ ਕਰ ਰਿਹਾ ਹੈ ਇਦਾਂ ਨਹੀਂ ਕਿ ਇੰਡੀਆ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਬਲਕਿ ਇੰਡੀਆ ਦੇ ਪਿੱਛੇ ਖੜਾ ਹੁੰਦਾ ਹੈ ਕਿ ਵੀ ਆਰ ਵਿਦ ਯੂ ਚਾਈਨੀਜ਼ ਨੂੰ ਬੈਲੈਂਸ ਕਰਨ ਲਈ ਕਿਉਂਕਿ ਇਸ ਟਾਈਮ ਪੂਰੀ ਦੁਨੀਆ ਦੇ ਅੰਦਰ ਜੇ ਇੱਕ ਮੁੱਦਾ ਹੈ ਉਹ ਇਦਾਂ ਹੀ ਹੈ ਕਿ ਚਾਈਨੀਜ਼ ਨੂੰ ਅਸੀਂ ਬੈਲੈਂਸ ਕਿੱਦਾਂ ਕਰਨਾ ਹੈ ਗਲਵਾਨ ਘਾਟੀ ਦੇ ਵਿੱਚ ਵੀ ਬੈਲੈਂਸ ਕਰਨ ਦੀ ਹੀ ਕੋਸ਼ਿਸ਼ ਕੀਤੀ ਸੀ ਪਰ ਮੁੜ ਤੋਂ ਇਹ ਘਟਨਾ ਵਾਪਰੀ ਹੈ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਚਾਈਨਾ ਦੀ ਖਹਿਬਾਜ਼ੀ ਚੱਲਦੀ ਰਹਿੰਦੀ ਹੈ ਇੰਡੀਅਨ ਸੋਲਜਰਸ ਦੇ ਨਾਲ ਔਰ ਇੰਡੀਅਨ ਸੋਲਜਰਸ ਨੂੰ ਇਹਦੀ ਆਦਤ ਪੈ ਚੁੱਕੀ ਹੈ ਤੇ ਅਸੀਂ ਦੇਖਦੇ ਹਾਂ ਕਿ ਦੋਵੇਂ ਇਨਸੀਡੈਂਟਸ ਦੇ ਵਿੱਚ ਪੰਜਾਬੀ ਦੀ ਰੈਜੀਮੈਂਟਸ ਜੋ ਹੈ ਉਹੀ ਸਾਹਮਣੇ ਸੀ ਔਰ ਉਹਨਾਂ ਨੇ ਮੁਕਾਬਲਾ ਕੀਤਾ ਹੈ ਔਰ ਇਸ ਵਾਰ ਤੇ ਬਹੁਤ ਜ਼ਿਆਦਾ ਹੀ ਕੁੱਟਿਆ ਡੰਡਿਆਂ ਦੇ ਨਾਲ ਇਹ ਹੈਡਲਾਈਨਸ ਵੀ ਰਹੀਆਂ ਨੇ ਔਰ ਗਲਵਾਨ ਘਾਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਮਾਰ ਪਈ ਸੀ ਚਾਈਨੀਜ਼ ਨੂੰ ਕਾਫੀ ਉਹਦੇ ਵਿੱਚ ਕੈਜੂਅਲਟੀਜ਼ ਵੀ ਹੋਈਆਂ ਸਾਡੇ ਇੰਡੀਆ ਦੀਆਂ ਵੀ ਹੋਈਆਂ ਇਸ ਵਾਰ ਵੀ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਪਰ ਫਿਰ ਵੀ ਸਥਿਤੀ ਮਜ਼ਬੂਤ ਹੈ ਔਰ ਸਾਨੂੰ ਹਮੇਸ਼ਾ ਗਰਵ ਹੈ ਆਪਣੀ ਭਾਰਤੀ ਸੈਨਾ ਦੇ ਉੱਤੇ ਔਰ ਭਾਰਤੀ ਜਵਾਨਾਂ ਦੇ ਉੱਤੇ ਸੋ ਅਸੀਂ ਅੱਗੇ ਵਧਦੇ ਹਾਂ ਜੋ ਹੁਣ ਇਕਨੋਮਿਕ ਲੈਵਲ ਤੇ ਆਈਏ ਕਿਉਂਕਿ ਕੰਮ ਧੰਦਾ ਤੇ ਚੱਲਦਾ ਹੀ ਰਹਿੰਦਾ ਪੂਰੀ ਦੁਨੀਆ ਦਾ ਔਰ ਕੰਮ ਧੰਦਾ ਇਹ ਹੈ ਕਿ ਪੈਸਾ ਹਰ ਮੁਲਕ ਕਮਾਉਣਾ ਚਾਹੁੰਦਾ ਹੈ ਹਰ ਬੰਦਾ ਹਰ ਮੁਲਕ ਆਪਣੀ ਇਕਨੋਮੀ ਨੂੰ ਰਿਚ ਕਰਨਾ ਚਾਹੁੰਦਾ ਹੈ ਸੋ ਇਸ ਨਾਤੇ ਹੀ ਤਰ੍ਹਾਂ ਦੀਆਂ ਸਬਮਿਟਸ ਹੁੰਦੀਆਂ ਨੇ ਤਰ੍ਹਾਂ ਦੀਆਂ ਕਾਨਫਰੰਸਿਸ ਹੁੰਦੀਆਂ ਨੇ ਵਰਲਡ ਲੈਵਲ ਦੇ ਉੱਤੇ ਹੁਣ ਇਸ ਸਾਲ ਹੋਈ ਹੈ G20 ਔਰ G20 ਦੇ ਵਿੱਚ ਭਾਰਤ ਦੀ ਅਕਲ ਦਾ ਲੋਹਾ ਵਿਜ਼ਡਮ ਅਕਲ ਕਿਹੜੀ ਜਿਹੜੀ ਸਾਡੇ ਪੁਰਖਿਆਂ ਨੇ ਸਾਨੂੰ ਦਿੱਤੀ ਹੈ ਇੰਡੀਆ ਦਾ ਕਲਚਰ ਇੰਡੀਆ ਦੀ ਸੰਸਕ੍ਰਿਤੀ ਇੰਡੀਆ ਦੇ ਜੋ ਪਵਿੱਤਰ ਗ੍ਰੰਥਾਂ ਦੇ ਵਿੱਚ ਜੋ ਸਿੱਖਿਆਵਾਂ ਨੇ ਇੰਡੀਅਨ ਵਿਜ਼ਡਮ ਉਹਦੀ ਹਰ ਥਾਂ ਦੇ ਉੱਤੇ ਚਰਚਾ ਹੋਈ ਹੈ ਤਾਂ ਹੁਣ ਨੈਕਸਟ ਈਅਰ 2023 ਦੇ ਵਿੱਚ ਅਸੀਂ ਹੋਸਟ ਕਰਨ ਜਾ ਰਹੇ ਹਾਂ G20 ਸੰਮੇਲਨ ਨੂੰ ਇਸ ਨੂੰ ਇੱਕ ਵਰਲਡ ਲੈਵਲ ਦੇ ਉੱਤੇ ਅਸੀਂ ਕਿਸ ਨਜ਼ਰ ਨਾਲ ਦੇਖਦੇ ਹਾਂ ਔਰ ਪੂਰੇ ਵਰਲਡ ਦੀ ਕੀ ਪ੍ਰਤੀਕਿਰਿਆ ਹੈ ਜੋ ਅਗਲਾ ਸੰਮੇਲਨ ਇੰਡੀਆ ਵਿੱਚ ਹੋਣ ਜਾ ਰਿਹਾ ਹੈ ਪਹਿਲੇ ਤਾਂ ਮੈਂ ਇਹ ਕਹੂੰਗੀ ਕਿ ਜਿਹੜੇ ਤੁਸੀਂ ਗਲਵਾਨ ਦੀ ਗੱਲ ਕੀਤੀ ਫਿਰ ਤੁਸੀਂ ਜਿਹੜੇ ਤਵਾਂਗ 'ਚ ਕਲੈਸ਼ਸ ਹੋਏ ਦੀ ਗੱਲ ਕੀਤੀ ਔਰ ਫਿਰ ਤੁਸੀਂ ਪੰਜਾਬੀ ਸੋਲਜਰਸ ਦੇ ਵਿੱਚ ਗੱਲ ਕੀਤੀ ਇਹਨੂੰ ਤਾਇਵਾਨ ਨੇ ਆਪਣੇ ਮੀਡੀਆ 'ਚ ਪੂਰਾ ਪਲੇ ਕਰਕੇ ਦਿਖਾਇਆ ਤਾਇਵਾਨ ਵਾਸ ਵਨ ਕੰਟਰੀ ਜਿਹਨੇ ਪੂਰਾ ਬਹੁਤ ਸ਼ਿੱਦਤ ਦੇ ਨਾਲ ਇਹਨੂੰ ਇਸ ਵੀਡੀਓ ਨੂੰ ਪਲੇ ਕੀਤਾ ਕਿਉਂਕਿ ਤਾਇਵਾਨ ਦੇ ਆਪਣੇ ਇੰਟਰਸਟ ਸੀ ਚਲੋ ਉਹ ਹੁਣ ਗੱਲ ਖਤਮ ਹੁੰਦੀ ਹੈ ਹੁਣ ਆਪਾਂ G20 ਦੀ ਗੱਲ ਤੇ ਆਉਂਦੇ ਆ ਜੀ G20 ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਜਿਹੜੀ ਇਸ ਟਾਈਮ ਇੰਡੀਆ ਕੋ ਆਈ ਹੈ 1 ਦਸੰਬਰ 2022 ਚ ਆਈ ਹੈ ਔਰ ਇਹ ਸਾਡੇ ਕੋਲ 23 ਚ ਰਹੇਗੀ ਹੁਣ ਇਹ ਜਿਹੜੀ ਪ੍ਰੈਜ਼ੀਡੈਂਸੀ ਹੈ ਇਹ ਕੋਈ ਰੂਟੀਨ ਚੇਂਜ ਨਹੀਂ ਹੈ ਕਿਉਂਕਿ ਰੂਟੀਨ ਚੇਂਜ ਦਾ ਮਤਲਬ ਹਰ ਸਾਲ ਦੀ ਪ੍ਰੈਜ਼ੀਡੈਂਸੀ ਬਦਲਦੀ ਰਹਿੰਦੀ ਹੈ ਹਾਂਜੀ ਪਿਛਲੀ ਵਾਰੀ ਇੰਡੋਨੇਸ਼ੀਆ ਕੋਲ ਸੀ ਉਸ ਤੋਂ ਪਿਛਲੀ ਵਾਰੀ ਇਟਲੀ ਕੋਲ ਸੀਗੀ ਹੁਣ ਇੰਡੀਆ ਕੋ ਹੈ ਔਰ ਇੰਡੀਆ ਤੋਂ ਬਾਅਦ ਬ੍ਰਾਜ਼ੀਲ ਕੋ ਜਾਣੀ ਹੈ ਬਟ the question is ਕਿ ਇੰਡੀਆ ਦੀ ਪ੍ਰੈਜ਼ੀਡੈਂਸੀ ਜਿਹੜੀ G20 ਦੀ ਹੈ ਉਹ ਇੰਨੀ ਵਰਲਡ ਵਾਈਡ ਡਿਸਕਸ਼ਨ ਦਾ ਸੈਂਟਰ ਪੁਆਇੰਟ ਕਿਉਂ ਬਣਿਆ ਹੋਇਆ ਹੈ ਨੰਬਰ 1 ਇੱਕ ਤੇ ਇੰਡੀਆ ਦਾ ਗਰੋਇੰਗ ਕਲਾਊਡ ਠੀਕ ਇੰਡੀਆ ਦੀ ਪੋਲੀਟੀਕਲ ਲੀਡਰਸ਼ਿਪ ਐਂਡ ਨੰਬਰ 3 ਜੋ ਵੀ ਚੈਲੰਜਸ ਸਾਡੇ ਸਾਹਮਣੇ ਇਸ ਟਾਈਮ ਹੈਗੇ ਹੈ ਖਾਸ ਕਰ ਪੋਸਟ ਪੈਂਡੈਮਿਕ ਦੇ ਤੋਂ ਬਾਅਦ ਜਿਹੜੀ ਡੀਸਟੇਬਿਲਿਟੀ ਆਈ ਹੈ ਬਿਕੋਜ਼ ਆਫ ਦ ਰਸ਼ੀਅਨ ਐਂਡ ਦ ਯੂਕਰੇਨੀਅਨ ਕ੍ਰਾਈਸਿਸ ਠੀਕ ਹੈ ਇਹ ਬੜਾ ਇੱਕ ਇੰਪੋਰਟੈਂਟ ਰੋਲ ਹੈ ਅੱਛਾ ਉਹ ਤੇ ਹੋ ਹੀ ਰਿਹਾ ਹੈ ਮਤਲਬ ਜਦੋਂ ਤੁਹਾਨੂੰ ਯਾਦ ਹੋਏਗਾ ਜਦੋਂ ਪ੍ਰੈਜ਼ੀਡੈਂਸੀ ਹਜੇ ਇੰਡੀਆ ਕੋ ਆਣੀ ਸੀ ਯਾਨੀ ਕਿ ਜਦੋਂ G20 ਇੰਡੋਨੇਸ਼ੀਆ 'ਚ ਹਜੇ ਚੱਲ ਹੀ ਰਿਹਾ ਸੀਗਾ ਉਹਦਾ ਐਂਡ ਹੋ ਰਿਹਾ ਸੀਗਾ ਉੱਥੇ ਕਿੰਨੀਆਂ ਕੰਟਰੋਵਰਸੀਜ਼ ਹੋ ਗਏ ਜੇ ਤੁਹਾਨੂੰ ਯਾਦ ਹੋਵੇ ਸ਼ੀ ਜਿਨਪਿੰਗ ਤੇ ਟਰੂਡੋ ਦਾ ਐਪੀਸੋਡ ਹੋ ਗਿਆ ਸ਼ੋਰ ਠੀਕ ਹੈ ਫਿਰ ਉਸ ਤੋਂ ਬਾਅਦ ਸ਼ੀ ਜਿਨਪਿੰਗ ਔਰ ਸ਼ੀ ਜਿਨਪਿੰਗ ਨੇ ਟਰੂਡੋ ਜਿਹੜੇ ਰਿਸ਼ੀ ਸੁਨਕ ਸੀਗੇ ਉਹਨਾਂ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਬਿਕੋਜ਼ ਸੁਨਕ ਜਿਹੜੇ ਸੀਗੇ ਹੀ ਪ੍ਰੇਜ਼ਡ ਦੀ ਤਾਇਵਾਨ ਇਸ਼ੂ ਠੀਕ ਹੈ ਉਸ ਤੋਂ ਬਾਅਦ ਰਸ਼ੀਅਨ ਫੋਰਨ ਮਿਨਿਸਟਰ ਜਦੋਂ ਆਇਆ ਉਹਦੇ ਤੇ ਸਿੱਧੀ ਗੋਲੀ ਦਾਗ ਦਿੱਤੀ ਗਈ ਕਿ ਵਾਈ ਯੂ ਸਟਾਰਟਡ ਦੀ ਵਾਰ ਤੇ ਇੰਨਾ ਕੁ ਪੋਲੀਟੀਕਲ ਟਰਮੋਇਲ ਦਾ ਸਾਹਮਣਾ ਹੁੰਦਾ ਔਰ ਉਸ ਹਾਲਾਤਾਂ 'ਚ ਇੰਡੀਆ ਦੇ ਕੋਲ ਪ੍ਰੈਜ਼ੀਡੈਂਸੀ ਆਉਂਦੀ ਹੈ ਔਰ ਸਾਡੇ ਕੋਲ ਜਦੋਂ ਪ੍ਰੈਜ਼ੀਡੈਂਸੀ ਆਉਂਦੀ ਜਦੋਂ ਹਜੇ ਸਾਡਾ ਫਸਟ ਮੰਥ ਹੀ ਚੱਲ ਰਿਹਾ ਚਾਈਨਾ ਨਾਲ ਪੰਗਾ ਪੈ ਜਾਂਦਾ ਹੈ ਉਧਰੋਂ ਜਿਹੜਾ ਪਾਕਿਸਤਾਨ ਦੇ ਫੋਰਨ ਮਿਨਿਸਟਰ ਬਿਲਾਵਲ ਭੁੱਟੋ ਉਹਨਾਂ ਦੇ ਬੜੇ ਅਨਸਿਵਲਾਈਜ਼ਡ ਰਿਮਾਰਕਸ ਆ ਜਾਂਦੇ ਆ ਇਹ ਤੇ ਹੈ ਹੀ ਹੈ ਇਸ ਤੋਂ ਇਲਾਵਾ ਜਿਹੜੀ ਔਨਗੋਇੰਗ ਟੈਂਸ਼ਨਸ ਹੈ between US and Japan, between Japan and China, between India and China, between India and between the US and the China. ਇਹ ਸਾਰੀ ਜਿਹੜਾ ਪੋਲੀਟੀਕਲ ਟੈਂਸ਼ਨਸ ਹੈ ਇਹਦੀ ਬੈਕਗਰਾਉਂਡ 'ਚ ਇੰਡੀਆ ਨੂੰ ਪ੍ਰੈਜ਼ੀਡੈਂਸ ਜੋ ਹੈ ਉਹਦੀ ਮਿਲੀ ਹੈ
और ये टाइम दसेगा, वक्त दसेगा हाउ इंडियन डिप्लोमैट्स हैंडल इट। जी 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 जी। और ਇੰਡੀਆ ਵੈਸੇ ਬੜੀ ਸਮਾਰਟਲੀ ਹੈਂਡਲ ਕਰ ਰਿਹਾ ਹੈ। ਵੈਸੇ ਇੱਕ ਚੀਜ਼ ਆਪਾਂ ਦੇਖਾਂਗੇ ਇਹਦੇ ਵਿੱਚ ਕਿ ਇੰਡੀਆ ਠੀਕ ਹੈ ਸਟ੍ਰੈਟੇਜਿਕਲੀ ਸਾਰੇ ਥਿੰਕ ਟੈਂਕਸ ਬੈਠੇ ਨੇ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਚੀਜ਼ ਨੂੰ ਹੈਂਡਲ ਕਰਨ ਵਾਸਤੇ ਆਪਣੀ ਸਾਰੀ ਸਟ੍ਰੈਟੇਜੀ ਬਣਾ ਰਹੇ ਨੇ, ਕਿਉਂਕਿ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇੰਡੀਆ ਏਸ਼ੀਅਨ ਬ੍ਰੇਨ ਜੋ ਹੈ ਬਹੁਤ ਇੰਟੈਲੀਜੈਂਟ ਹੈ, ਸਭ ਤੋਂ ਇੰਟੈਲੀਜੈਂਟ ਬ੍ਰੇਨ ਪੂਰੀ ਦੁਨੀਆ 'ਚ ਮੰਨਿਆ ਜਾਂਦਾ ਏਸ਼ੀਅਨ ਬ੍ਰੇਨਸ ਨੂੰ। ਸੋ ਇੰਡੀਆ ਨੂੰ ਇਹਦਾ ਕੀ ਫਾਇਦਾ ਹੋਣ ਲੱਗਾ ਜੋ G20 ਸੰਮੇਲਨ ਹੈ ਕਿ ਇੰਡੀਆ ਦਾ ਕੋਈ ਕੱਦ ਲੰਬਾ ਹੋ ਜਾਏਗਾ, ਕੱਦ ਵੱਡਾ ਹੋ ਜਾਏਗਾ ਪੂਰੀ ਦੁਨੀਆ ਦੇ ਪੋਲਿਟਿਕਸ ਦੇ ਵਿੱਚ ਇਸ ਨੂੰ ਹੈਂਡਲ ਕਰਕੇ, ਇਸ ਨੂੰ ਹੋਸਟ ਕਰਕੇ? ਦੇਖੋ ਇਹਦਾ ਜਵਾਬ ਤੇ ਆਉਣ ਵਾਲਾ ਟਾਈਮ ਦੱਸੇਗਾ, ਲੇਕਿਨ ਇਹ ਇੱਕ ਐਸੀ ਓਪਰਚੁਨਿਟੀ ਹੈ ਜਿਹਦੇ ਚ ਇੰਡੀਆ ਜਿਹੜਾ ਆਪਣਾ ਉਹ ਕਹਿ ਰਿਹਾ ਨੇ ਕਿ ਮੈਂ ਵਿਸ਼ਵ ਗੁਰੂ ਆ ਜਾਂ ਇੰਡੀਆ ਇਜ਼ ਵੈਰੀ ਟੈਲੈਂਟਡ, ਇਹ ਹੁਣ ਟਾਈਮ ਹੈ ਜਦੋਂ ਇੰਡੀਆ ਨੂੰ ਪ੍ਰੂਵ ਕਰਨਾ ਪਏਗਾ। ਔਰ ਇੱਕ ਚੀਜ਼ ਇਹਦੇ 'ਚ ਆਉਂਦੀ ਹੈ ਕਿ ਮਸਲੇ ਤਾਂ ਉਹੀ ਨੇ, ਦੁਨੀਆ ਉਹੀ ਉਹ ਹੈ, ਸਾਰੇ ਮਸਲੇ ਉਹੀ ਨੇ ਦੇਸ਼ਾਂ ਦੇ ਇੰਟਰਨਲ ਮੈਟਰਸ, ਐਕਸਟਰਨਲ ਮੈਟਰਸ, ਫੋਰਨ ਪੋਲਿਸੀਜ਼, ਟ੍ਰੇਡ ਪੋਲਿਸੀਜ਼, ਸਭ ਕੁਝ ਇੱਕੋ ਚੀਜ਼ ਚੱਲ ਰਹੀ ਆ। ਔਰ ਪਹਿਲਾਂ ਵੀ ਕਈ ਐਕਸਪੈਰੀਮੈਂਟਸ ਹੋਏ ਨੇ, ਕਈ ਸੰਸਥਾਵਾਂ ਬਣੀਆਂ ਨੇ, ਔਰ ਸਭ ਤੋਂ ਵੱਡੀ ਤਾਂ ਅਸੀਂ ਦੇਖਦੇ ਹਾਂ UNO ਦੀ ਫੇਲੂਅਰ, ਜਿਹਨੂੰ ਐਕਸਪਰਟਸ ਮੰਨਦੇ ਨੇ ਇਟਸ ਅ ਫੇਲੂਅਰ, ਕਿਉਂਕਿ ਦੁਨੀਆ ਦੇ ਹਾਲਾਤ ਨੂੰ, ਦੁਨੀਆ ਦੇ ਘਟਨਾਵਾਂ ਨੂੰ ਨਿਯੰਤਰਣ ਨਹੀਂ ਕਰ ਪਾ ਰਹੀ, ਸਿਰਫ ਗੱਲਾਂ ਹੋ ਰਹੀਆਂ ਨੇ ਇਸ ਪਲੇਟਫਾਰਮ ਤੋਂ। ਤਾਂ ਹਰ ਵਾਰ ਕਹਿੰਦੇ ਨੇ ਕਿ ਨਵਾਂ ਅਸੀਂ ਇੱਕ ਫੋਰਮ ਬਣਾ ਰਹੇ ਹਾਂ, ਉਹ ਫੋਰਮ ਇੱਕ ਨਵੇਂ ਰੂਲਸ ਦੇ ਮੁਤਾਬਿਕ ਚੱਲ ਰਹੇਗਾ, ਜਿਹੜੇ ਮਰਜ਼ੀ ਰੂਲ ਲੈ ਆਓ, ਇਨਸਾਨ ਤਾਂ ਉਹੀ ਨੇ ਜਿਹੜੇ ਉੱਤੇ ਕੰਮ ਕਰ ਰਹੇ ਨੇ। ਸੋ ਇੱਕ ਹੀ ਸਪੈਸ਼ਲ ਸਟਰਕਚਰ ਬਣੇਗਾ ਵਰਕਿੰਗ ਦਾ ਇਸ ਸਾਰੇ ਸੀਨ ਦੇ ਵਿੱਚ, ਜਦ ਕਿ ਬਾਕੀ ਸਾਰੇ ਪਲੇਟਫਾਰਮਸ ਦੇ ਉੱਤੇ ਸਾਨੂੰ ਉਹ ਰਿਜ਼ਲਟਸ ਨਹੀਂ ਮਿਲੇ ਜੋ ਅਸੀਂ ਚਾਹੁੰਦੇ ਸੀ। ਇਹਦੇ ਵਿੱਚ ਕੀ ਉਹ ਰਿਜ਼ਲਟਸ ਮਿਲ ਜਾਣਗੇ? ਕੋਈ ਖਾਸ ਸਟਰਕਚਰ ਲੈ ਕੇ ਆ ਰਹੇ ਨੇ ਇਹ G20 ਵਾਲੇ? ਦੇਖੋ ਨੈਗੇਟਿਵ ਦੇ ਨਾਲ ਨਾਲ ਇੱਕ ਪੋਜ਼ਿਟਿਵ ਆਸਪੈਕਟ ਵੀ ਹੈ। ਪੋਜ਼ਿਟਿਵ ਆਸਪੈਕਟ ਇੰਡੀਆ ਕੋਲ ਇਹ ਹੈ ਕਿ ਟਰਾਇਕਾ ਜਿਹਨੂੰ ਅਸੀਂ ਕਹਿੰਦੇ ਆ, ਯਾਨੀ ਕਿ ਤਿੰਨ ਜਿਹੜੇ ਪ੍ਰਾਈਮ ਮਿਨਿਸਟਰਸ ਹੈ, ਜਿਹੜਾ ਪਾਸਟ ਜਿੱਦਾਂ ਇੰਡੋਨੇਸ਼ੀਅਨ ਪ੍ਰਾਈਮ ਮਿਨਿਸਟਰ ਆਫ ਇੰਡੀਆ, ਔਰ ਜਿੱਥੇ ਹੁਣ ਹੋਣੀ ਹੈ ਬ੍ਰਾਜ਼ੀਲੀਅਨ ਪ੍ਰਾਈਮ ਮਿਨਿਸਟਰ। ਫੋਰਚੂਨੇਟਲੀ ਇਹ ਤਿੰਨਾਂ ਪ੍ਰਾਈਮ ਮਿਨਿਸਟਰ ਆਪਸ 'ਚ ਬੜਾ ਅੱਛਾ ਜੈਲਅਪ ਹੁੰਦੇ ਆ ਜੀ ਔਰ ਇਹਨਾਂ ਤਿੰਨਾਂ ਨੇ ਮਿਲ ਕੇ ਪਾਲਿਸੀਜ਼ ਦੇਣੀਆਂ, ਔਰ ਫਿਰ ਉਸ ਤੋਂ ਬਾਅਦ ਦੋ ਗਰੁੱਪਸ ਹੁੰਦੇ ਆ, ਇੱਕ ਤਾਂ ਸ਼ੈਰਪਾ ਟਰੈਕ, ਦੂਸਰਾ ਹੈ ਇਕਨੋਮਿਕ ਟਰੈਕ, ਜਿਨ੍ਹਾਂ ਨੇ ਅੱਗੋਂ ਜਿਹੜਾ G20 ਦੀ ਜਿੰਨਾ ਵੀ ਸਟਰਕਚਰਲ ਫਰੇਮਵਰਕ ਹੈ ਜਾਂ ਜੋ ਵੀ ਕੰਮ ਹੈ ਉਹ ਕਰਨੇ ਹੈ। ਹੁਣ ਮਜ਼ੇ ਦੀ ਗੱਲ ਇੱਥੇ ਹੈ ਕਿ ਜਿਹੜੇ ਤਿੰਨੋਂ ਜਿਹੜੇ ਹੈਡ ਆਫ ਦ ਸਟੇਟ ਹੈ, ਇਹਨਾਂ ਦੇ ਈਗੋ ਇਸ਼ੂਜ਼ ਨਹੀਂ ਹੈਗੇ, more or less, and they are like good in discussing the things, ਔਰ ਇਹ ਇੱਕ ਪੋਜ਼ਿਟਿਵ ਰੇ ਆਫ ਹੋਪ ਹੈ। ਹੁਣ ਜਿਹੜਾ ਸਾਡੇ ਨੈਕਸਟ ਗਰੁੱਪ ਹੈ ਜਿਹੜੇ ਦੋ, ਹੁਣ ਜਿਹੜਾ ਸਾਡਾ ਫਸਟ ਗਰੁੱਪ ਹੈ ਜਿਹਨੂੰ ਕਿ ਡਿਵੈਲਪਮੈਂਟ ਵਰਕਿੰਗ ਗਰੁੱਪ ਕਹਿੰਦੇ ਆ, ਜਿਹਨੂੰ ਕਿ ਸ਼ੈਰਪਾ ਅਸੀਂ ਕਹਿੰਦੇ, ਸ਼ੈਰਪਾ ਟਰੈਕ, ਇਹਨੇ ਦੇਖਣਾ ਹੁੰਦਾ ਹੈ ਡਿਵੈਲਪਮੈਂਟ ਕਿੱਦਾਂ ਅਸੀਂ ਦੁਨੀਆ 'ਚ ਲੈ ਕੇ ਆਏ, ਮੇਬੀ ਥਰੂ ਐਜੂਕੇਸ਼ਨ, ਮੇਬੀ ਥਰੂ ਕਲਚਰ, ਮੇਬੀ ਥਰੂ ਹੈਲਥ ਸੈਕਟਰ ਐਂਡ ਐਕਸੈਟਰਾ, ਐਂਡ ਐਂਟੀ ਕਰਪਸ਼ਨ। ਹੁਣ ਇਹਦੀ ਜਿਹੜੀ ਨੀਂਹ ਰੱਖੀ ਜਾਂਦੀ ਹੈ, ਇਹਦੀ ਜਿਹੜੀ ਫਸਟ ਮੀਟਿੰਗ ਹੁੰਦੀ ਹੈ ਮੁੰਬਈ 'ਚ ਰੱਖੀ ਜਾਂਦੀ ਹੈ, ਠੀਕ ਹੈ। ਇਹਨੂੰ ਜਿਹੜਾ ਇਨੋਗਰੇਟ ਕਰਦੇ ਨੇ ਉਹ ਸਾਡੇ CEO ਜਿਹੜੇ ਅਮਿਤਾਭ ਕਾਂਤ ਨੇ, ਐਕਸ CEO ਆਫ ਜਿਹੜੀ ਸਾਡੀ I mean he was holding a very important ਨੀਤੀ ਆਯੋਗ ਦੀ ਪੋਜੀਸ਼ਨ ਇਹਨਾਂ ਨੇ ਹੋਲਡ ਕੀਤੀ ਸੀ, ਉਹ ਇਹਨੂੰ ਮਤਲਬ ਇਹਨੂੰ ਇਨੋਗਰੇਟ ਕਰਦੇ ਆ। ਦੂਸਰੇ ਪਾਸੇ ਨਾਲ ਹੀ ਪੈਰਲਰ ਜਿਹੜਾ ਇਕਨੋਮਿਕ ਟਰੈਕ ਹੈ, ਹੁਣ ਇਕਨੋਮਿਕ ਟਰੈਕਸ 'ਚ ਕੀ ਆ ਜਾਏਗਾ, ਵਰਲਡ ਨੂੰ ਅਸੀਂ ਇਕਨੋਮਿਕਲੀ ਕਿੱਦਾਂ ਸਟਰੈਂਥਨ ਕਰਨਾ ਹੈ ਥਰੂ ਟੈਕਨੋਲੋਜੀ। ਇਹਦਾ ਜਿਹੜਾ ਮੀਟਿੰਗ ਹੈ ਉਹ ਰੱਖਿਆ ਗਿਆ ਬੈਂਗਲੁਰੂ 'ਚ। ਇਹਦੀ ਡੇਟਸ 3 ਤੋਂ ਲੈ ਕੇ 17 ਦਸੰਬਰ ਤੱਕ ਸੀਗੀਆਂ, ਜਿਹੜੀਆਂ ਕਿ ਮੀਟਿੰਗਸ ਬੜੇ ਅੱਛੇ ਤਰੀਕੇ ਨਾਲ ਨਿਕਲੀਆਂ। ਔਰ ਇਸ ਮੀਟਿੰਗ 'ਚ ਕੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਡਿਸਕਸ ਕੀਤਾ ਗਿਆ, ਇੰਡੀਆ ਦੇ ਜਿਹੜੇ ਨੌਲੇਜ ਸੈਂਟਰਸ ਹੈ ਉਹ ਦਿਖਾਏ ਗਏ, ਠੀਕ ਹੈ। ਫਿਰ ਡੀ-ਟੈਕ ਨੂੰ ਡਿਸਕਸ ਕੀਤਾ ਗਿਆ, ਫਿਰ ਜਿੰਨੀਆਂ ਵੀ ਰੋਬੋਟਿਕ ਸਾਡੀਆਂ ਇੰਜੀਨੀਅਰਿੰਗਸ ਹੈ, ਜਿੰਨੀ ਵੀ ਟੈਕਨੋਲੋਜੀ ਹੈ ਨਾ, ਜਿਹੜਾ IT ਦਾ ਸੈਕਟਰ ਹੈ, ਉਹਨੂੰ ਦਿਖਾਇਆ ਗਿਆ ਕਿ ਹਾਊ ਇੰਡੀਆ ਕੈਨ ਕੰਟਰੀਬਿਊਟ ਟੂ ਦ ਵਰਲਡ ਇਕੋਨਮੀ through the technology, and how India can take help in terms of investment, ਜਿਹੜੀ ਇਨਵੈਸਟਮੈਂਟ ਫੋਰਨ ਦੇ ਲੋਕ ਆ ਕੇ ਕਰ ਸਕਦੇ ਹੈ, keeping in mind the technological advancement of India। ਤੇ ਉਸ ਲਿਹਾਜ਼ ਨਾਲ ਤੇ ਬੜਾ ਹੀ ਪੋਜ਼ਿਟਿਵ ਹੈ। ਦੂਸਰੀ ਇੱਕ ਪੋਜ਼ਿਟਿਵਿਟੀ ਹੋਰ ਹੈ, ਮੰਨ ਲਓ ਸਾਡੇ ਕੋਲ 1 ਸਾਲ ਲਈ ਇਹਦੀ ਪ੍ਰੈਜ਼ੀਡੈਂਸੀ ਹੈ, ਠੀਕ ਹੈ। ਨੈਕਸਟ ਈਅਰ ਪ੍ਰੈਜ਼ੀਡੈਂਸੀ ਚਲੇ ਜਾਣੀ ਬ੍ਰਾਜ਼ੀਲ ਔਰ ਇੰਡੀਆ, ਦੇ ਆਰ ਗੁੱਡ ਪਾਰਟਨਰਸ। ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਹਾਂ, ਉਹਨਾਂ ਦੇ ਜਿਹੜੇ ਹਾਈ ਐਂਡ ਲੀਡਰਸ ਹੈ ਉਹਨਾਂ ਦੀ ਅੱਛੀ ਜੈਲਪ ਹੈ, ਤੇ ਜਿਹੜੇ ਪ੍ਰੋਜੈਕਟ ਰਹਿ ਵੀ ਗਏ ਨੇ ਉਹਨੂੰ ਕੰਟੀਨਿਊ ਕੀਤਾ ਜਾ ਸਕਦਾ ਹੈ ਜਾਂ ਉਹਨੂੰ ਕੰਪਲੀਟ ਕੀਤਾ ਜਾ ਸਕਦਾ ਹੈ। ਇਹ ਇੱਕ ਅੱਛੀ ਚੀਜ਼ ਹੈ ਇਹਦੇ 'ਚ। ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਇੱਕ ਸਟ੍ਰੈਟਜੀ ਬਣਾਈ ਗਈ ਹੈ ਜਿਹਦੇ 'ਚ ਅਪਰੋਕਸੀਮੇਟਲੀ 200 ਮੀਟਿੰਗਸ
ਅਰੇਂਜ ਕੀਤੀਆਂ ਨੇ। ਇਹ ਕੀ ਸਟ੍ਰੈਟਜੀ ਆ? ਇਹ ਥੋੜਾ ਇਹਦੇ ਬਾਰੇ ਤੁਹਾਨੂੰ ਸਾਨੂੰ ਬਰੀਫ ਕਰੋ ਕਿ ਇਹ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਈ, ਕਿਉਂਕਿ ਇਹ ਤਿੰਨੋਂ ਇੰਟਰਸਟ ਅਸੀਂ ਲੈ ਕੇ ਆਲਰੇਡੀ ਡਿਸਕਸ ਕੀਤੇ ਨੇ। ਟੈਕਨੀਕਲ ਅਸੀਂ ਇੰਟਰਸਟ ਡਿਸਕਸ ਕੀਤਾ ਹੈ ਔਰ ਇਕਨੋਮਿਕ ਇੰਟਰਸਟ ਵੀ ਅਸੀਂ ਡਿਸਕਸ ਕੀਤਾ ਹੈ। ਇੱਕ ਥਰਡ ਇੰਟਰਸਟ ਵੀ ਆਉਂਦਾ ਹੈ, এনवायरमेंट ਦਾ ਵੀ ਧਿਆਨ ਰੱਖਣਾ, ਕਿਉਂਕਿ ਇਸ ਵਾਰ ਇੱਕ G20 ਦਾ ਜਿਹੜਾ ਇਸ ਵਾਰ ਸੰਮੇਲਨ ਹੋਇਆ ਉਹਦੇ 'ਚ ਇੱਕ ਫੰਡ ਵੀ ਰੇਜ਼ ਕੀਤਾ ਗਿਆ ਹੈ ਜੋ এনवायरमेंट ਨੂੰ ਲੈ ਕੇ ਸਾਰਿਆਂ ਦੀ ਸਹਿਮਤੀ ਬਣੀ ਹੈ, ਉਸ ਨੂੰ ਵੀ ਆਪਾਂ ਟੱਚ ਕਰਾਂਗੇ। ਪਰ ਪਹਿਲਾਂ 200 ਮੀਟਿੰਗਸ ਦੀ ਜਿਹੜੀ ਸਟ੍ਰੈਟਜੀ ਹੈ ਇਹਦਾ ਥੋੜਾ ਖੁਲਾਸਾ ਕਰੋ। ਹੁਣ ਇਹ ਜਿਹੜੀਆਂ 200 ਮੀਟਿੰਗਸ ਹੋਣੀਆਂ ਨਾ, ਇਹ 50 ਸਿਟੀਜ਼ ਚ ਹੋਣੀਆਂ, 50 ਸਿਟੀਜ਼, ਔਰ ਇਹਦੇ ਚ ਅਪਰੋਕਸੀਮੇਟਲੀ 32 ਸੈਕਟਰਸ ਦੇ ਬਾਰੇ ਗੱਲਬਾਤ ਹੋਣੀ ਹੈ। ਹੁਣ ਇਹ ਸਿਟੀਜ਼ ਏਦਾਂ ਸਿਲੈਕਟ ਕੀਤੀਆਂ ਗਈਆਂ ਕਿ ਪੂਰਾ ਜਿਹੜਾ ਇੰਡੀਆ ਹੈ ਨਾ ਉਹ ਕਵਰ ਹੋਵੇ, ਐਂਟਾਇਰ ਨੇਸ਼ਨ ਹੈਜ਼ ਬੀਨ ਕਵਰਡ। ਹੁਣ ਜੇ ਅਸੀਂ ਦੇਖੀਏ, ਇਹਦੀ ਜਿਹੜੇ ਇਨੋਗ੍ਰੇਸ਼ਨ ਸੀ ਨਾਗਾਲੈਂਡ ਚ ਕੀਤੀ ਗਈ, ਠੀਕ ਹੈ, ਉਹਨਾਂ ਦਾ ਇੱਕ ਫੈਸਟੀਵਲ ਹੁੰਦਾ ਹੈ, ਉਹਦੇ ਵਿੱਚ ਇਹਨੂੰ ਇਨੋਗਰੇਟ ਕੀਤਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਗਦੀਪ ਧਨਕੜ ਜੀ ਨੇ ਇਹਨੂੰ ਇਨੋਗਰੇਟ ਕੀਤਾ। ਔਰ ਉਹ ਨਾਰਥ ਈਸਟਰਨ ਸਟੇਟਸ, ਜਿਹਨੂੰ ਆਪਾਂ 7 ਸਿਸਟਰਸ ਕਹਿੰਦੇ ਹਾਂ, ਮਿਜ਼ੋਰਮ, ਮੇਘਾਲय, ਮਨੀਪੁਰ, ਸਿੱਕਿਮ, ਅਰੁਣਾਚਲ, ਇਹ ਸਾਰੀਆਂ। ਹੁਣ ਉੱਥੇ ਕੌਣ ਬੈਠਾ ਹੋਇਆ ਹੈ? ਚਾਈਨਾ, ਠੀਕ ਹੈ ਜੀ, ਉੱਥੇ ਤਾਂ ਅਸੀਂ ਇਨੋਗਰੇਟ ਕਰ ਰਹੇ ਹਾਂ। ਸੋ ਇਹਦੇ 'ਚ ਇੱਕ ਪੁਆਇੰਟ ਆਉਂਦਾ ਹੈ ਕਿ ਈਗੋ ਪ੍ਰੋਬਲਮ ਅਸੀਂ ਜਾਣਦੇ ਹਾਂ ਬਹੁਤ ਹੀ ਮੇਜਰ ਰੋਲ ਪਲੇ ਕਰਦੀ ਹੈ ਕਿਸੇ ਵੀ ਥਾਂ ਦੇ ਉੱਤੇ, ਕਿਸੇ ਵੀ ਫੋਰਮ ਦੇ ਵਿੱਚ, ਕਿਸੇ ਵੀ ਪਲੇਟਫਾਰਮ ਦੇ ਵਿੱਚ। ਸੋ ਇੱਥੇ G20 ਇੱਥੇ ਈਗੋ ਦਾ ਕੀ ਰੋਲ ਹੋਏਗਾ? ਬਾਕੀ ਲੀਡਰਸ ਤੇ ਆਪਣੀ ਰੋਲ ਪਲੇ ਕਰਨਗੇ ਹੀ, ਔਰ ਬਾਕੀ ਸੰਸਥਾਵਾਂ ਦੇ ਵਿੱਚ ਵੀ ਅਸੀਂ ਦੇਖਿਆ ਈਗੋ ਨੇ ਰੋਲ ਪਲੇ ਕੀਤਾ ਹੈ। ਈਵਨ UNO ਦੇ ਵਿੱਚ ਵੀ ਕੀਤਾ ਹੈ। ਜਦੋਂ ਆਪਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਦੀ ਗੱਲ ਕਰਦੇ ਹਾਂ, ਹੋਰ ਵੀ ਕਈ ਮਸਲੇ ਨੇ ਜਿੱਥੇ ਵੀਟੋ ਪਾਵਰ ਨੂੰ ਲੈ ਕੇ ਵੀ ਈਗੋ ਰਸਤੇ 'ਚ ਆ ਜਾਂਦੀ ਹੈ, ਰੋੜਾ ਬਣਦੀ ਹੈ। ਸੋ ਇੱਥੇ ਵੀ ਈਗੋ ਪ੍ਰੋਬਲਮ ਰਹੇਗੀ, ਕਿਉਂਕਿ ਜਿਵੇਂ ਮਰਜ਼ੀ ਪਲੇਟਫਾਰਮ ਬਣਾ ਲਓ, ਜਿਹੜੇ ਮਰਜ਼ੀ ਰੂਲਸ ਬਣਾ ਲਓ, ਨਿਯਮ ਬਣਾ ਲਓ, ਜੋ ਮਰਜ਼ੀ ਕਰ ਲਓ, ਈਗੋ ਦਾ ਕੀ ਹੱਲ ਕਰਾਂਗੇ? ਈਗੋ ਦਾ ਕੀ ਹੱਲ ਹੈ? ਜਦੋਂ ਇੰਡੀਆ ਕੋ ਪ੍ਰੈਜ਼ੀਡੈਂਸੀ ਆਈ ਤੇ ਪੂਰੀ ਦੁਨੀਆ ਨੂੰ ਇੱਕ ਬੜਾ ਹੋਪ ਹੈ ਇੰਡੀਆ ਤੋਂ ਕਿ ਇੰਡੀਆ ਇੱਕ ਬਹੁਤ ਅੱਛਾ ਇੱਕ ਬੈਲੈਂਸਰ ਬਣੇਗਾ। ਕਿਉਂ? ਕਿਉਂਕਿ ਇੰਡੀਆ ਦੇ ਜ਼ਿਆਦਾ ਝਮੇਲੇ ਨਹੀਂ ਹੈ, ਠੀਕ ਹੈ, ਮਤਲਬ ਅਸੀਂ ਓਨਲੀ ਵੀ ਆਰ ਸੈਲਫ ਡਿਪੈਂਡੈਂਟ। ਫਿਰ ਵੀ ਅਸੀਂ ਇੱਕ ਨਿਊਟਰਲ ਰੋਲ ਪਲੇ ਕੀਤਾ ਸ਼ੁਰੂ ਤੋਂ, ਬਿਕੋਜ਼ ਆਫ ਨੌਨ ਅਲਾਈਨਮੈਂਟ ਮੂਵਮੈਂਟ ਜਿਹੜੀ ਪੰਡਿਤ ਨਹਿਰੂ ਦੇ ਅੰਡਰ ਸੀਗੀ। ਹੁਣ ਸਾਡੀ ਜਿਹੜਾ ਸਾਡਾ 75 ਇਅਰਸ ਦਾ ਸਾਡਾ ਰਿਕਾਰਡ ਹੈ ਬੀਇੰਗ ਅ ਡੈਮੋਕ੍ਰੇਸੀ, ਬੀਇੰਗ ਅ ਵੈਰੀ ਸੌਫਟ ਪਾਵਰ ਹੈ ਜਿਹੜੀ ਸਾਡੀ ਜੀ, ਇਹ ਕਰਕੇ ਲੋਕਾਂ ਨੂੰ ਗਲੋਬਲੀ ਇਹ ਫੀਲ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਉਹਨਾਂ ਦੀ ਈਗੋ ਨੂੰ ਬੈਲੈਂਸ ਕਰ ਲਵਾਂਗੇ, ਔਰ ਸ਼ਾਇਦ ਇੰਡੀਆ 'ਚ ਕੈਪੇਬਿਲਿਟੀ ਹੈ ਕਿ ਉਹ ਕੰਟਰੀਜ਼ ਤੋਂ ਅੱਛੀਆਂ ਚੀਜ਼ਾਂ ਐਕਸਟਰੈਕਟ ਕਰ ਲਏਗਾ, ਜੋ ਕਿ G20 ਲਈ ਰਿਕੁਆਇਰਡ ਹੈ। G20 ਦੀ ਪ੍ਰੈਜ਼ੀਡੈਂਸੀ ਜਦੋਂ ਇੰਡੀਆ ਕੋ ਆਈ ਤਾਂ ਯੂਨਾਈਟਿਡ ਨੇਸ਼ਨ ਨੇ ਆਪ ਹੀ ਇੱਕ ਸਟੇਟਮੈਂਟ ਦਿੱਤੀ ਕਿ ਵੀ ਆਰ ਹੋਪਫੁਲ ਕਿ ਇਹ ਪ੍ਰੈਜ਼ੀਡੈਂਸੀ ਅਗਰ ਇੰਡੀਆ ਦੇ ਹੱਥ ਆਏ ਤਾਂ ਇਹ ਬਹੁਤ ਵਧੀਆ ਹੋਣ ਵਾਲੀ, ਸ਼ਾਇਦ ਜਿਹੜੇ ਗਰੀਬ ਮੁਲਕ ਹੈ ਉਹਨਾਂ ਦਾ ਕੁਝ ਫਾਇਦਾ ਹੋ ਜਾਏ। ਇਹ UNO ਦੀ ਸਟੇਟਮੈਂਟ ਹੈ, ਠੀਕ ਹੈ। ਨਾਓ ਨੰਬਰ 2, ਭਾਰਤ ਦੇ ਉੱਤੇ ਸਭ ਤੋਂ ਵੱਡਾ ਧਰਮ ਸੰਕਟ ਜਿਹੜਾ ਹੈ, ਜਿਹੜੀ ਈਗੋ ਉਹਨਾਂ ਨੇ ਈਗੋ ਪ੍ਰੋਬਲਮ ਨੂੰ ਜਿਹੜਾ ਸੋਲਵ ਕਰਨਾ, ਉਹ ਰਸ਼ੀਆ ਨੂੰ ਲੈ ਕੇ ਹੈ ਜੀ। ਰਸ਼ੀਆ ਔਰ ਯੂਕਰੇਨ ਦੇ ਵਾਰ ਦੇ ਦੌਰਾਨ ਇਹ ਗੱਲਾਂ ਬਹੁਤ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਰਸ਼ੀਆ ਨੂੰ G20 ਤੋਂ ਕੱਢ ਦਿੱਤਾ ਜਾਵੇ। ਹੁਣ ਇਹਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਉਹ ਇੰਡੀਆ ਦੇ ਕੋਲ ਹੈ। ਉਹਦਾ ਭਾਵ ਇਹ ਹੈ, ਮਤਲਬ ਇਹ ਹੈ ਕਿ ਇੰਡੀਆ ਫਾਈਨਲ ਡਿਸੀਜਨ ਲਏਗਾ ਕਿ ਰਸ਼ੀਆ ਨੂੰ ਰੱਖਣਾ ਹੈ ਕਿ ਨਹੀਂ। ਆਉਣ ਵਾਲੇ ਸਮੇਂ ਸਭ ਤੋਂ ਪਹਿਲਾਂ ਤਾਂ ਈਗੋ ਨੂੰ ਕਿੱਦਾਂ ਇੰਡੀਆ ਹੈਂਡਲ ਕਰਦਾ, ਇੱਥੋਂ ਹੀ ਪਤਾ ਲੱਗ ਜਾਣਾ ਹੈ ਕਿ ਰਸ਼ੀਆ ਦਾ ਕੀ ਸਟੇਟਸ ਰਹੇਗਾ, ਜਾਂ ਇੰਡੀਆ ਕਿੱਦਾਂ ਆਪਣੇ ਡਿਪਲੋਮੈਟਿਕਲ ਸਕਿੱਲਸ ਦਿਖਾਏਗਾ। ਜਿਹੜਾ ਇੰਡੀਆ ਕਹਿੰਦਾ ਕਿ ਅਸੀਂ ਵਿਸ਼ਵ ਗੁਰੂ ਹਾਂ, ਜਾਂ ਅਸੀਂ ਸੌਫਟ ਪਾਵਰ ਹਾਂ, ਜਾਂ ਵੀ ਆਰ ਲਾਈਕ ਐਨ ਇਮਰਜਿੰਗ ਗਲੋਬਲ ਪਾਵਰ, ਇਹ ਇੱਥੇ ਟੈਸਟ ਹੋਣਾ ਸਭ ਤੋਂ ਵੱਡਾ ਟੈਸਟ ਇਹ ਹੈ। ਨੰਬਰ 2 ਜਿਹੜਾ ਟੈਸਟ ਹੋਣਾ ਉਹ ਇਹ ਹੈ ਕਿ ਨਿਊਕਲੀਅਰ ਪਾਵਰ ਨੂੰ ਲੈ ਕਰਕੇ ਤੁਹਾਨੂੰ ਪਤਾ ਸਾਡੇ ਇੱਕ ਏਜੰਡਾ 'ਚ ਇਹ ਵੀ ਹੈ ਕਿ ਦੁਨੀਆ ਦੇ ਵਿੱਚ ਨਿਊਕਲੀਅਰ ਦਾ ਯੂਜ਼ ਘੱਟ ਹੋਵੇ ਔਰ ਇਹਨੂੰ ਖਤਮ ਕਰ ਦਿੱਤਾ ਹੋਵੇ। ਬਟ ਪ੍ਰੋਬਲਮ ਇਜ਼ ਇੰਡੀਆ ਆਪ ਹੀ CTBT ਦਾ ਸਿਗਨੇਟਰੀ ਨਹੀਂ ਹੈ, ਅਸੀਂ ਆਪ ਹੀ ਉਹਨੂੰ ਸਾਈਨ ਨਹੀਂ ਕੀਤਾ ਹੋਇਆ। ਜਦੋਂ ਅਸੀਂ ਆਪ ਹੀ ਸਾਈਨ ਨਹੀਂ ਕੀਤਾ ਹੋਇਆ ਤਾਂ ਅਸੀਂ ਬਾਕੀ ਮੁਲਕਾਂ ਨੂੰ ਕਿਵੇਂ ਕਵਾਂਗੇ ਕਿ ਤੁਸੀਂ ਨਿਊਕਲੀਅਰ ਪਾਵਰ ਨਹੀਂ ਬਣਨਾ। ਇਹ ਵੀ ਇੱਕ ਮੁੱਦਾ ਹੈ, ਇਹ ਵੀ ਇੱਕ ਈਗੋ ਦਾ ਵਿਸ਼ਾ ਬਣੇਗਾ, ਇਹ ਵੀ ਇੱਕ ਇੰਡੀਆ ਲਈ ਚੈਲੰਜ ਹੋਏਗਾ ਕਿ ਉਹਨੂੰ ਕਿੱਦਾਂ ਹੈਂਡਲ ਕਰਦਾ ਹੈ, ਠੀਕ ਹੈ। ਨੰਬਰ ਜਿਹੜੀ ਗਲੋਬਲ ਸਪਲਾਈ ਚੇਨ ਹੈ, ਜਿਹੜੀ ਇਸ ਟਾਈਮ ਡਿਸਰਪਟ ਹੋਈ ਹੈ ਬਿਕੋਜ਼ ਆਫ ਦੀ ਕੋਵਿਡ, ਦੈਨ ਬਿਕੋਜ਼ ਆਫ ਦਿਸ ਵਾਰ, ਉਸ ਗਲੋਬਲ ਸਪਲਾਈ ਚੇਨ ਨੂੰ ਇੰਡੀਆ ਕੀ ਕੰਟਰੀਬਿਊਟ ਕਰੇਗਾ।
ਦੇਖੋ ਪੈਸੇ ਕਮਾ ਲਏ ਜਾਂ ਇਕਨੋਮਿਕਸ ਠੀਕ ਕਰ ਲਈ ਜਾਂ ਆਪਣੀ ਤੁਸੀਂ ਆਈਟੀ ਸੈਕਟਰ ਦਾ ਕੁਝ ਜੋ ਵੀ ਕਰ ਲਿਆ ਉਹ ਤਾਂ ਇੱਕ ਸਟੈਂਡਰਡ ਪ੍ਰੋਸੀਜਰ ਹੈ। ਬਟ ਤੁਸੀਂ ਐਪਰੈਂਟਲੀ ਕੀ ਤੁਸੀਂ ਗੱਲਾਂ ਬਾਤਾਂ 'ਚ ਹੀ ਨਿਬੇੜੋਗੇ ਜਾਂ ਕੋਈ ਤੁਹਾਡੀ ਐਕਸ਼ਨ ਓਰੀਐਂਟਡ ਪਾਲਿਸੀ ਸੱਚੀ ਹੋਏਗੀ? ਜੇ ਤੁਹਾਡੀ ਐਕਸ਼ਨ ਓਰੀਐਂਟਡ ਪਾਲਿਸੀ ਹੋਏਗੀ ਤੇ ਕੀ ਜਿਹੜੇ ਵੱਡੇ ਵੱਡੇ ਮੁਲਕ ਹੈ, ਚਾਈਨਾ ਤੁਸੀਂ ਕਹਿ ਲਓ, USA ਕਹਿ ਲਓ, ਯੂਰਪੀਅਨ ਯੂਨੀਅਨ ਕਹਿ ਲਓ, ਕੀ ਉਹ ਇੰਡੀਆ ਦਾ ਸਾਥ ਦੇਣਗੇ? ਜਾਂ ਇੰਡੀਆ ਨੂੰ ਡਿਪੈਂਡ ਹੋਣਾ ਪਏਗਾ ਡਿਵੈਲਪਿੰਗ ਵਰਲਡ ਤੇ, ਸਾਊਥ ਤੇ ਡਿਪੈਂਡ ਹੋਣਾ ਪਏਗਾ, ਗਰੀਬ ਮੁਲਕਾਂ ਤੇ ਡਿਪੈਂਡ ਹੋਣਾ ਪਏਗਾ? ਤੇ ਇਹ ਜਿਹੜਾ ਸਾਲ ਆਣਾ ਨਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ, ਜਿਓਪੋਲਿਟਿਕਲੀ ਬਹੁਤ ਇੰਟਰਸਟਿੰਗ ਹੋਣਾ, ਕਿਉਂਕਿ ਜਿਓਪੋਲਿਟਿਕਲ ਔਰ ਜਿਓ ਇਕਨੋਮਿਕ ਸਟ੍ਰੈਸ ਬਹੁਤ ਹੈ, ਇਕਨੋਮਿਕਸ ਤੇ ਬਹੁਤ ਜ਼ਿਆਦਾ ਸਟ੍ਰੈਸ ਹੈ। ਤੇ ਔਰ ਇਹ ਟੈਸਟ ਹੈ ਇੰਡੀਆ ਦਾ ਕਿ ਕੀ ਇੰਡੀਆ ਗਲੋਬ ਨੂੰ ਜਿਹੜਾ ਇਕਨੋਮਿਕ ਰਿਸੈਸ਼ਨ ਹੈ ਉਹਦੇ ਚੋਂ ਬਾਹਰ ਕੱਢ ਪਾਏਗਾ? ਜੇ ਕੱਢ ਪਾਏਗਾ ਤੇ ਜਿਹੜੇ ਈਗੋਜ਼ ਆ ਉਹਨਾਂ ਨੂੰ ਕਿੱਦਾਂ ਬੈਲੈਂਸ ਹੋਏਗਾ? ਔਰ ਜਿਹੜੀ ਫੂਡ ਦੀ ਅਸੀਂ ਦੇਖੋ, ਅਸੀਂ ਇੰਡੀਆ 'ਚ ਬੈਠੇ, ਮੈਂ ਪਿਛਲੀ ਟਾਕ 'ਚ ਵੀ ਸਾਡੀ ਗੱਲਬਾਤ ਹੋਈ ਸੀ ਕਿ ਸਾਡੇ ਇੱਥੇ ਸਾਰਾ ਕੁਝ ਨਾਰਮਲ ਚੱਲ ਰਿਹਾ, ਬਟ ਵਰਲਡ ਵਾਈਡ ਫੂਡ ਦੀ ਬਹੁਤ ਪ੍ਰੋਬਲਮ ਆ ਰਹੀ ਹੈ, ਫੂਡ ਐਂਡ ਫਿਊਲ। ਜੀ ਐਗਜ਼ੈਕਟਲੀ, ਫੂਡ ਐਂਡ ਫਿਊਲ, ਔਰ ਫਿਊਲ ਵਾਸਤੇ ਸਾਨੂੰ ਕਈ ਆਲਟਰਨੇਟਿਵਸ ਦੇਖਣੇ ਪੈਣਗੇ ਕਿ ਹੋਰ ਤਰ੍ਹਾਂ ਦੀ ਕਿੱਦਾਂ ਊਰਜਾ ਅਸੀਂ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਨੈਚੁਰਲ ਗੈਸ, ਨੈਚੁਰਲ ਤੇਲ, ਇਹ ਰਸ਼ੀਆ ਦਾ ਹੋਲਡ ਹੈ, ਯੂਰਪ ਤੱਕ ਉਹ ਆਪਣਾ ਸਪਲਾਈ ਕਰਦਾ, ਯੂਰਪ ਦੀਆਂ ਜੜ੍ਹਾਂ ਤੱਕ ਵੜਿਆ ਹੋਇਆ ਰਸ਼ੀਆ, ਔਰ ਨੈਚੁਰਲ ਗੈਸ ਨੂੰ ਲੈ ਕੇ, ਨੈਚੁਰਲ ਆਇਲ ਨੂੰ ਲੈ ਕੇ ਉਸ ਚੀਜ਼ ਤੋਂ ਵਿਕਲਪ ਕਿੱਦਾਂ ਲੱਭਿਆ ਜਾਵੇ, ਆਲਟਰਨੇਟਿਵ ਕੀ ਹੋ ਸਕਦਾ ਹੈ ਫਿਊਲ ਦਾ, ਉਹ ਵੀ ਅਸੀਂ ਦੇਖਣਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਲ ਨੇ ਔਰ ਇਹ ਜੋ એનર્ਜੀ ਹੈ, ਐਕਚੁਅਲੀ એનર્ਜੀ ਨੇ ਇਹ ਸਾਰਾ ਹੋਲਡ ਕਰਨਾ ਹੈ। ਜਿਹਦੇ ਕੋਲ એનર્ਜੀ ਪਾਵਰ ਹੋਏਗੀ ਉਹੀ ਵਰਲਡ ਲੀਡਰ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ। ਔਰ ਅਸੀਂ ਕਿਤੇ ਨਾ ਕਿਤੇ ਦੇਖਦੇ ਹਾਂ ਕਿ ਅਮਰੀਕਾ ਦੀਆਂ ਵੀ ਜੜ੍ਹਾਂ ਕਿਤੇ ਨਾ ਕਿਤੇ ਹਿਲਦੀਆਂ ਨੇ ਵਰਲਡ ਲੀਡਰ ਹੋਣ ਦੇ ਨਾਤੇ। ਜੋ ਵੀ ਉਹਦੇ ਡਿਸੀਜਨਸ ਨੇ, ਲੋਕੀ ਦਾ ਮਤਲਬ ਦੂਸਰੇ ਦੇਸ਼ ਦੇ ਲੋਕ ਔਰ ਦੂਸਰੇ ਮੁਲਕ ਵੀ ਕਿਤੇ ਨਾ ਕਿਤੇ ਉਸ ਦੇ ਸਾਹਮਣੇ ਖੜੇ ਹੁੰਦੇ ਨੇ, ਜੁਰਤ ਕਰਨ ਲੱਗ ਪਏ ਨੇ, ਅੱਗੋਂ ਸਵਾਲ ਕਰਦੇ ਨੇ ਵਰਲਡ ਲੀਡਰ ਦੇ ਉੱਤੇ, ਕੁਐਸਚਨ ਮਾਰਕ ਲੱਗਦਾ ਹੈ, ਕਿਉਂਕਿ ਸਾਰੀ ਗੇਮ એનર્ਜੀ ਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਔਰ ਜੋ ਮੁਲਕ એનર્ਜੀ ਦੇ ਵਿੱਚ ਸਟਰੋਂਗ ਹੋਏਗਾ ਉਹੀ ਮੁਲਕ ਵਰਲਡ ਲੀਡਰ ਬਣੇਗਾ। ਔਰ ਇੰਡੀਆ ਦਾ ਇਹਦੇ ਵਿੱਚ ਕਦਮ ਹੈ, ਜਦੋਂ ਗ੍ਰੀਨ એનર્ਜੀ ਦੀ ਗੱਲ ਕੀਤੀ ਜਾਂਦੀ ਹੈ, ਇੰਡੀਆ ਅੱਗੇ ਆਉਣ ਵਾਸਤੇ ਵੱਰਲਡ ਲੀਡਰ ਵਾਸਤੇ ਜ਼ਰੂਰ ਆਪਣੇ ਆਪ ਨੂੰ ਐਲੀਜੀਬਲ ਸਮਝਦਾ ਹੈ। ਔਰ ਸ਼ਾਇਦ G20 ਇੱਕ ਪਲੇਟਫਾਰਮ ਬਣ ਸਕਦਾ ਹੈ ਕਿ ਇੰਡੀਆ ਵਰਲਡ ਲੀਡਰ ਵੱਲ ਬਣਨ ਵੱਲ ਅੱਗੇ ਵੱਧ ਸਕਦਾ, ਕਿਉਂਕਿ ਆਲਰੇਡੀ ਗੱਲ ਕਰਦਾ ਹੈ ਕਿ ਅਸੀਂ ਵਿਸ਼ਵ ਗੁਰੂ ਹਾਂ। ਵਾਕਈ ਅਸੀਂ ਵਿਸ਼ਵ ਗੁਰੂ ਹਾਂ, ਬਿਕੋਜ਼ ਸਾਡੇ ਕੋਲ ਜੋ ਗਿਆਨ ਦਾ ਖਜ਼ਾਨਾ ਹੈ, ਜੋ ਸਾਡੇ ਪੁਰਖਿਆਂ ਨੇ ਸਾਨੂੰ ਦਿੱਤਾ ਹੈ, ਵੇਦਾਂ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਜੋ ਸਾਡੇ ਕੋਲ ਸਾਰਾ ਗਿਆਨ ਦਾ ਖਜ਼ਾਨਾ ਹੈ, ਉਹ ਵਾਕਈ ਸਾਨੂੰ ਵਰਲਡ ਲੀਡਰ ਆਪਣੇ ਆਪ ਦੇ ਵਿੱਚ ਬਣਾ ਦਿੰਦਾ ਹੈ। ਸੋ ਇਸ ਸਭ ਦੇ ਵਿੱਚ ਅਸੀਂ ਆਪਣਾ ਇਕਨੋਮਿਕ ਇੰਟਰਸਟ ਵੀ ਦੇਖਣਾ ਹੈ। ਉਹ ਕਿੱਦਾਂ ਦੇਖੀਏ ਕਿ ਸਾਨੂੰ ਇਹ ਨਾ ਲੱਗੇ ਕਿ ਅਸੀਂ ਆਪਣਾ ਹੀ ਫਾਇਦਾ, ਆਪਣੇ ਵਾਸਤੇ ਵਿਨ ਸਿਚੁਏਸ਼ਨ ਦੇਖਦੇ ਪਏ ਹਾਂ, ਕਿਉਂਕਿ ਬਿਜ਼ਨਸ ਦਾ ਇਹ ਹੁੰਦਾ ਕਿ ਤੁਹਾਡਾ ਵੀ ਫਾਇਦਾ ਹੋਵੇ, ਮੇਰਾ ਵੀ ਫਾਇਦਾ ਹੋਵੇ, ਦੋਵਾਂ ਧਿਰਾਂ ਦਾ ਫਾਇਦਾ ਹੋਵੇ। ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹ ਹੈ ਕਿ ਐਕਸੈਸ ਆਪਣੇ ਵਾਸਤੇ, ਲਿਵਿੰਗ ਫॉर ਐਕਸੈਸ, ਇਹ ਆਪਣਾ ਸੋਚਦੇ ਆ ਸਾਰੇ, ਦੂਜੇ ਬਾਰੇ ਨਹੀਂ ਸੋਚਦੇ। ਔਰ ਦੋ ਪਾਰਟਨਰਸ ਆਪਸ ਦੇ ਵਿੱਚ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਮੈਂ ਕਿਵੇਂ ਖਿੱਚ ਲਵਾਂ ਔਰ ਛੇਤੀ ਕਿਵੇਂ ਖਿੱਚ ਲਵਾਂ। ਬਾਅਦ ਵਿੱਚ ਭਾਵੇਂ ਪਾਰਟਨਰਸ਼ਿਪ ਰਵੇ ਭਾਵੇਂ ਨਾ ਰਵੇ, ਇਹ ਸੋਚ ਹੈ ਅੱਜ ਬਿਜ਼ਨਸ ਦੀ ਦੁਨੀਆ ਦੇ ਵਿੱਚ। ਸੋ ਇੰਡੀਆ ਦੀ ਸੋਚ ਬਿਜ਼ਨਸ ਨੂੰ ਰੱਖ ਕੇ ਕਿਵੇਂ ਚੱਲਣੀ ਚਾਹੀਦੀ ਹੈ, ਬਿਕੋਜ਼ ਹੈ ਤਾਂ ਸਾਰੀ ਇਹ ਬਿਜ਼ਨਸ ਗੇਮ, ਹੈ ਤਾਂ ਸਾਰੀ ਇਹ ਟ੍ਰੇਡਿੰਗ। ਮੈਂ ਇੱਕ ਗੱਲ ਕਹਿਣਾ ਚਾਹੂੰਗੀ। ਸ਼ੋਰ। ਇੱਕ ਤੇ ਜਿਹੜੀ ਅਸੀਂ ਥੀਮ ਰੱਖੀ ਨਾ, ਅਸੀਂ ਸਾਡੀ ਥੀਮ ਜਿਹੜੀ G20 ਦੀ ਹੈ ਉਹ ਹੈਗੀ ਵਾਸੁਦੇਵ ਕੁਟੁੰਬਕਮ, ਠੀਕ ਹੈ, ਵਨ ਫੈਮਿਲੀ, ਵਨ ਨੇਸ਼ਨ, ਠੀਕ ਹੈ, ਵਨ ਫਿਊਚਰ। ਦੂਸਰੀ ਗੱਲ, ਇੱਕ ਲਾਈਫ ਨਾ ਅਗਰ ਫੁੱਲ ਫਾਰਮ ਹੈ ਲਾਈਫ ਸਟਾਈਲ ਫॉर এনवायरमेंट, ਮਤਲਬ ਉਹ ਸਾਡਾ ਲਾਈਫ ਸਟਾਈਲ ਹੈ। ਜੇ ਅਸੀਂ ਉਹਦੇ 'ਚ ਚੇਂਜ ਕਰਾਂਗੇ ਫਿਰ ਹੀ ਅਸੀਂ এনवायरमेंट ਨੂੰ ਬਚਾ ਸਕਾਂਗੇ। ਜੇ এনवायरमेंट ਬਚੇਗਾ ਤਾਂ ਅਸੀਂ ਇਕਨੋਮਿਕਸ ਨੂੰ ਬਚਾ ਪਾਵਾਂਗੇ। ਫਿਲਹਾਲ ਤਾਂ ਅਸੀਂ ਇਕਨੋਮਿਕਸ ਦੇ ਜ਼ਰੀਏ ਮਰਡਰ ਕਰਨ ਨੂੰ ਫਿਰਦੇ ਪਏ, ਮਰਡਰ ਕੀਤਾ ਹੋਇਆ ਹੈ এনवायरमेंट ਦਾ। ਤੇ ਲਾਈਫ ਜਿਹੜਾ ਵਰਡ ਹੈ, ਲਾਈਫ ਇਜ਼ ਸੋ ਸਿੰਬੋਲਿਕ, ਸੋ ਇੰਪੋਰਟੈਂਟ। ਇਹ ਇੰਡੀਆ ਇੱਕ ਥੀਮ ਲੈ ਕੇ ਚੱਲ ਰਿਹਾ ਹੈ ਕਿ ਲੈਟਸ ਬੀ ਇਕੋ ਫਰੈਂਡਲੀ। ਅਸੀਂ ਉਹਨਾਂ ਕੁ ਬਰਡਨ এনवायरमेंट ਤੇ ਪਾਈਏ ਜਿਹੜਾ ਕਿ ਅਸੀਂ ਆਉਣ ਵਾਲੀ ਜਿਹੜੀਆਂ ਸਾਡੀਆਂ ਪੀੜ੍ਹੀਆਂ ਉਹਨਾਂ ਨੂੰ ਵੀ ਅਸੀਂ ਕੁਝ ਦੇ ਕੇ ਜਾਈਏ। ਮਤਲਬ ਅਸੀਂ ਆਪਣੇ ਹੀ ਨਾ ਸਾਰਾ ਕੁਝ ਕੰਜ਼ਿਊਮ ਕਰੀ ਜਾਈਏ, ਉਹਨਾਂ ਲਈ ਵੀ ਕੁਝ ਸੋਚ ਲਈਏ। ਇਹ ਵੀ ਸਾਡੀ ਜ਼ਿੰਮੇਵਾਰੀ ਹੈ ਜੀ। ਔਰ ਇਹ ਚੀਜ਼ ਸਮਝਦਾ ਹਾਂ ਕਿ ਸਾਡੇ ਕੋਲ ਨਾ ਇੱਕ ਸੋਚ ਜ਼ਰੂਰ ਹੈ ਗਲੋਬਲਾਈਜੇਸ਼ਨ ਦੀ, ਪਰ ਸਾਡੇ ਕੋਲ ਉਹ ਪਰਸਪੈਕਟਿਵ ਨਹੀਂ ਹੈ। ਸਾਨੂੰ ਉਹ ਪਰਸਪੈਕਟਿਵ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦਾ, ਜਿਹਦੇ ਵਿੱਚ ਅਸੀਂ ਦੂਸਰੇ ਦੀ ਹੋਂਦ ਨੂੰ ਸਵੀਕਾਰ ਕਰੀਏ, ਦੂਸਰੇ ਦੀ ਐਗਜ਼ਿਸਟੈਂਸ ਨੂੰ ਸਵੀਕਾਰ ਕਰੀਏ। ਅਸੀਂ ਸਵੀਕਾਰ ਨਹੀਂ ਕਰਦੇ, ਦੂਜਾ ਹੈ ਤਾਂ ਕਿਉਂ ਹੈ, ਜੇ ਉਹ ਹੈ ਤਾਂ ਉਹ ਮੇਰਾ ਗੁਲਾਮ ਹੋਣਾ ਚਾਹੀਦਾ, ਜੇ ਉਹ ਹੈ ਤਾਂ ਉਹ ਮੇਰੇ ਮੁਤਾਬਿਕ ਹੋਣਾ ਚਾਹੀਦਾ। ਉਹ ਆਪਣੀ ਕੋਈ ਗੱਲ ਨਾ ਕਵੇ, ਆਪਣੀ ਕੋਈ ਸੋਚ ਨਾ ਰੱਖੇ, ਜਦ ਕਿ ਇਹ ਗਲਤ ਹੈ।
ਔਰ ਹਰ ਰਿਲੇਸ਼ਨ ਤਾਂ ਹੀ ਬਣਦਾ ਜਦੋਂ ਸੰਵਾਦ ਰਚਿਆ ਜਾਂਦਾ, ਜਦੋਂ ਡਾਇਲੋਗ ਰਚਿਆ ਜਾਂਦਾ, ਤਾਂ ਹੀ ਤੇ ਗੱਲਾਂ ਵਿੱਚੋਂ ਗੱਲ ਅੱਗੇ ਨਿਕਲਦੀ ਹੈ, ਤਾਂ ਹੀ ਇੱਕ ਰਸਤਾ ਬਣਦਾ ਹੈ। ਸੋ ਇਸ ਨਜ਼ਰੀਏ ਦੇ ਵਿੱਚ ਦੇਖਿਆ ਜਾਵੇ ਕਿ ਜਿੱਦਾਂ ਸਾਡੇ ਕੋਲ ਇੱਕ ਆਈਡੀਆ ਹੈ ਕਿ ਗਲੋਬਲਾਈਜੇਸ਼ਨ ਹੋਣੀ ਚਾਹੀਦੀ ਹੈ, ਔਰ ਕਈ ਵਾਰ ਤਾਂ ਕਹਿੰਦੇ ਨੇ ਕਿ ਇਹ ਬਿਜ਼ਨਸ ਪ੍ਰੋਸਪੈਕਟਿਵ ਨਾਲ ਚੱਲਦੇ ਪਏ ਨੇ, ਸਰਬੱਤ ਦੇ ਭਲੇ ਦੇ ਪ੍ਰੋਸਪੈਕਟਿਵ ਨਾਲ ਨਹੀਂ ਚੱਲਦੇ ਪਏ, ਜੋ ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਕਿਉਂਕਿ ਉਹ ਪ੍ਰੋਸਪੈਕਟਿਵ ਜ਼ਰੂਰੀ ਹੈ, ਤਾਂ ਹੀ ਜਾ ਕੇ ਅਸੀਂ ਗਲੋਬਲਾਈਜੇਸ਼ਨ ਦੇ ਮਾਪਦੰਡ ਦੇ ਉੱਤੇ ਖਰੇ ਉਤਰਦੇ ਹਾਂ। ਸੋ ਇਸ ਲਾਈਟ ਦੇ ਵਿੱਚ ਜੇ ਦੇਖੀਏ ਤਾਂ G20 ਦੀ ਕ੍ਰੈਡੀਬਿਲਿਟੀ ਕੀ ਹੈ, ਇਹ ਆਖਰੀ ਕੁਐਸਚਨ ਹੋਏਗਾ ਮੇਰਾ ਤੁਹਾਡੇ ਤੋਂ। ਦੇਖੋ, ਇਹਦੀ ਕ੍ਰੈਡੀਬਿਲਿਟੀ ਇਜ਼ ਐਟ ਸਟੇਕ। ਬਹੁਤ ਸਾਰੇ ਜਿਹੜੇ ਹਾਲਾਂਕਿ G20 ਜਿਹੜਾ ਮੈਕੈਨਿਜ਼ਮ ਹੈ ਇਹ ਬੜੇ ਯੰਗ ਹੈ ਕੰਪੇਅਰ ਟੂ ਯੂਨਾਈਟਿਡ ਨੇਸ਼ਨ ਜਾਂ IMF ਜਾਂ ਵਰਲਡ ਬੈਂਕ ਜਾਂ ਜਿਹੜੇ ਹੋਰ ਅਦਾਰੇ ਹੈ। ਕਿਉਂ ਐਟ ਸਟੇਕ, ਕਿਉਂ ਇਹਦੀ ਕ੍ਰੈਡੀਬਿਲਿਟੀ ਕਿਉਂ ਹੈ? ਕਿਉਂਕਿ ਦੇਖੋ, ਪਿਛਲੀ ਵਾਰੀ ਵੀ ਅਸੀਂ ਜਿੱਦਾਂ ਡਿਸਕਸ ਕੀਤਾ ਕਿ ਚਾਈਨਾ ਔਰ ਚਾਈਨੀਜ਼ ਪ੍ਰੀਮੀਅਰ ਜਿਹੜੇ ਸੀ ਔਰ ਟਰੂਡੋ, ਉਹਨਾਂ ਦੇ ਵਿੱਚ ਪ੍ਰੋਬਲਮ ਹੋ ਗਈ। ਮਤਲਬ ਅਸੀਂ ਕ੍ਰੈਡੀਬਿਲਿਟੀ ਤੇ ਇਸ ਲਈ ਕੁਐਸਚਨ ਕਰ ਰਹੇ ਕਿ ਜੇ ਅਸੀਂ ਆਪਣੀ ਈਗੋਜ਼ ਨੂੰ ਸਾਈਡ ਤੇ ਜਾਂ ਆਪਣੇ ਸੈਲਫਿਸ਼ ਇੰਟਰਸਟ ਨੂੰ ਸਾਈਡ ਤੇ ਨਾ ਕੀਤਾ ਤੇ ਇਹਦੀ ਕ੍ਰੈਡੀਬਿਲਿਟੀ ਵੀ ਖਤਮ ਹੋ ਜਾਏਗੀ। ਕਿਉਂ ਖਤਮ ਹੋ ਜਾਏਗੀ? ਬਿਕੋਜ਼ ਅਲਟੀਮੇਟਲੀ ਕ੍ਰੈਡੀਬਲ ਚੀਜ਼ ਉਹ ਹੁੰਦੀ ਜਿਹੜੀ ਮੈਨਕਾइंड ਲਈ ਕੰਮ ਕਰੇ। ਠੀਕ ਹੈ, ਮੁਲਕਾਂ ਨੇ ਆਪਣੇ ਨੈਸ਼ਨਲ ਇੰਟਰਸਟ ਵੀ ਦੇਖਣੇ, ਬਟ ਇੱਕ ਬੈਲੈਂਸ ਦੀ ਬਹੁਤ ਜ਼ਰੂਰਤ ਹੈ। ਜੇ ਤੇ ਕੰਟਰੀਜ਼ ਨੇ ਬੈਲੈਂਸ ਬਣਾ ਲਿਆ ਫਿਰ ਤੇ ਇਹਦੀ ਕ੍ਰੈਡੀਬਿਲਿਟੀ ਰਹੇਗੀ, ਨਹੀਂ ਤਾਂ ਇਟ ਵਿਲ ਆਲਸੋ ਬਿਕਮ ਅ ਰੂਟੀਨ ਮੈਕੈਨਿਜ਼ਮ ਲਾਈਕ ਯੂਨਾਈਟਿਡ ਨੇਸ਼ਨ ਜਾਂ ਫਿਰ ਜਿੱਦਾਂ ਸਾਡੇ ਕੋਲ ਵਰਲਡ ਬੈਂਕ ਹੈ ਜਾਂ IMF ਹੈ, ਫਿਰ ਇਹ ਵੀ ਇੱਕ ਰੂਟੀਨ ਬਣ ਕੇ ਰਹਿ ਜਾਏਗਾ। ਤੇ ਕ੍ਰੈਡੀਬਿਲਿਟੀ ਦਾ ਤਾਂ ਸਵਾਲ ਹੈ, ਔਰ ਖਾਸ ਕਰ ਕਿਉਂਕਿ ਇੰਡੀਆ ਦੇ ਕੋਲ ਇਹਦੀ ਲੀਡਰਸ਼ਿਪ ਹੈ। ਦੇਖਣ ਵਾਲੀ ਗੱਲ ਹੈ ਕਿ ਹੁਣ ਇੰਡੀਆ ਕਿੱਦਾਂ ਇਹਨੂੰ ਨਵੀਂ ਲਾਈਫ ਦੇਏਗਾ, ਕਿ ਇੰਡੀਆ ਨਵੀਂ ਲਾਈਫ ਦੇ ਪਾਏਗਾ, ਕਿ ਇਹਦੀ ਕ੍ਰੈਡੀਬਿਲਿਟੀ ਨੂੰ ਬਣਾਏ ਰੱਖੇਗਾ। ਕਿਉਂਕਿ ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ G20 ਤੋਂ ਵੀ ਖਤਮ ਹੋ ਜਾਏਗਾ ਜੇ ਕੋਈ ਬਹੁਤ ਹੀ ਕਲੀਅਰ ਕੱਟ ਜੇ ਕੁਝ ਚੇंजेस ਨਾ आए। या एक बैलेंस ज़रूरी है, एक संतुलन ज़रूरी है, अदरवाइज़ तुम ही तुम हो तो क्या तुम हो, हम ही हम हैं तो क्या हम हैं, तुम भी हो हम भी हैं, दोनों मिलके चलाइए ਤਾਂ ਹੀ ਦੁਨੀਆ ਚੱਲਦੀ ਹੈ, ਚਾਹੇ G20 ਹੋਵੇ ਚਾਹੇ ਦੁਨੀਆ ਦਾ ਕੋਈ ਹੋਰ ਕਾਰੋਬਾਰ ਹੋਵੇ। ਥੈਂਕ ਯੂ ਸੋ ਮਚ ਮੈਡਮ ਆਸ਼ਿਮਾ ਸਹਾਨੀ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਡੇ ਨਾਲ ਆਪਣੀ ਰਿਸਰਚ ਸਾਂਝੀ ਕੀਤੀ। ਥੈਂਕ ਯੂ ਸੋ ਮਚ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਇਸ ਟੌਪਿਕ ਦੇ ਉੱਤੇ ਆਪਣੇ ਵਿਊਜ਼ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।